ਹੈਲੋ एवरीवन, ਤੁਹਾਡਾ ਸਾਰਿਆਂ ਨੂੰ ਸਵਾਗਤ ਹੈ YouTube ਚੈਨਲ ਸਮਨ ਐਡੂਕॉम ਦੇ ਉੱਪਰ। ਤਾਂ ਜਿਵੇਂ ਆਪਾਂ ਨੂੰ ਪਤਾ ਕਿ ਇਸ ਚੈਨਲ ਦੇ ਉੱਪਰ ਆਪਾਂ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਡਿਸਕਸ ਕਰਦੇ ਸੀ ਔਰ ਇਸੇ ਦੇ ਤਹਿਤ ਅੱਜ ਆਪਾਂ ਜੋ CTET 2021 ਦੇ ਵਿੱਚ ਪੇਪਰ ਹੋਇਆ ਸੀਗਾ ਔਰ ਉਸ ਦਾ ਜਿਹੜਾ ਸਾਇੰਸ ਵਾਲਾ ਪੋਰਸ਼ਨ ਹੈ ਉਹਨੂੰ ਆਪਾਂ ਡਿਸਕਸ ਕਰਾਂਗੇ। ਤਾਂ ਉਮੀਦ ਕਰਦਾ ਕਿ ਤੁਹਾਡੇ ਵਾਸਤੇ ਜਿਹੜੀ ਵੀਡੀਓ ਕਾफ़ी ਹੈਲਪਫੁਲ ਹੋਏਗੀ। ਤਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਆਪਾਂ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ ਤੋਂ। ਜਿਹੜਾ ਫਸਟ ਕੁਐਸਚਨ ਕੀ ਦਿੱਤਾ ਹੋਇਆ, ਵਿਚ ਆਫ ਦ ਫੋਲੋਇੰਗ ਰੀਪ੍ਰਜੈਂਟ ਦਾ ਕਰੈਕਟ ਮੈਚਿੰਗ ਸੈਟਸ। ਤਾਂ ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚ ਜਿਹੜੇ ਮੈਚਿੰਗ ਸੈੱਟ ਆ ਸਹੀ ਕਿਹੜਾ ਹੈ। ਜਿਵੇਂ ਆਪ ਨਾਲ ਇੱਕ ਡੈਫੀਨੇਸ਼ਨ ਦਿੱਤੀ ਹੋਈ ਹੈ, ਸਾਈਡ 'ਤੇ ਟਰਮਸ ਦਿੱਤੀਆਂ ਹੋਈਆਂ ਨੇ। ਇਹ ਬਾਇਓ ਦਾ ਕੁਐਸਚਨ ਆਇਆ ਹੋਇਆ ਫਸਟ ਕੁਐਸਚਨ। ਕੀ ਕੁਐਸਚਨ ਦਿੱਤਾ ਹੈ ਕਿ ਹੈਲਪਸ ਇਨ ਮੂਵਮੈਂਟ ਆਫ ਬੋਡੀ ਬਾਈ ਕੰਟਰੈਕਸ਼ਨ ਐਂਡ ਰਿਲੈਕਸੇਸ਼ਨ। ਬੋਡੀ ਦੀ ਮੂਵਮੈਂਟ ਵਿੱਚ ਹੈਲਪ ਕਰਦਾ, ਕੰਟਰੈਕਸ਼ਨ ਅਤੇ ਕੰਟਰੈਕਟ ਹੁੰਦਾ, ਕਦੇ ਰਿਲੈਕਸ ਹੁੰਦਾ। ਤਾਂ ਇਹ ਕੀ ਹੁੰਦਾ ਹੈ, ਇਹ ਆਪਾਂ ਨੂੰ ਪਤਾ ਹੀ ਹੈ। ਇਹ ਜਿਹੜਾ ਕੰਮ ਹੁੰਦਾ ਕੰਟਰੈਕਸ਼ਨ ਅਤੇ ਰਿਲੈਕਸੇਸ਼ਨ ਵਾਲੇ ਤੋਂ ਹੀ ਕਲੀਅਰ ਹੋ ਗਿਆ ਕਿ ਇੱਥੇ ਆਪਾਂ ਮਸਲਸ ਦੀ ਗੱਲ ਕਰਦੇ ਪਏ ਹਾਂ। ਤਾਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜਾ ਉਹ ਮਸਲ ਦੇ ਨਾਲ ਸੈਕਿੰਡ ਪਾਰਟ ਦੇ ਨਾਲ ਮੈਚ ਹੋਏਗਾ। ਬੀ ਆਪਸ਼ਨ ਕੀ, ਹਾਰਡ ਸਟਰਕਚਰ ਵਿੱਚ ਫੋਰਮ ਦਾ ਸਕੈਲਟਨ। ਕਹਿੰਦਾ ਕਿ ਉਹ ਹਾਰਡ ਪਾਰਟ ਜਿਹੜਾ ਸਕੈਲਟਨ ਬਣਾਉਂਦਾ। ਤਾਂ ਜਿਹੜਾ ਆਪਣਾ ਸਕੈਲਟਨ ਉਹ ਕਿਸ ਚੀਜ਼ ਦਾ ਬਣਿਆ ਹੁੰਦਾ, ਬੋਨਸ ਦਾ ਹੀ ਬਣਿਆ ਹੁੰਦਾ। ਜਿਹੜਾ ਆਪਣਾ ਪਿੰਜਰ ਹੈ ਸਕੈਲਟਨ ਆ ਬੋਨਸ ਦਾ ਬਣਿਆ ਹੁੰਦਾ। ਇਟ ਮੀਨਸ ਜਿਹੜਾ ਆਪਣੇ ਕੋਲ ਬੀ ਦੇ ਨਾਲ ਕੀ ਲੱਗੇਗਾ, 4 ਆਪਸ਼ਨ। ਪਾਰਟ ਸੀ ਕੀ ਆ, ਪਾਰਟ ਆਫ ਸਕੈਲਟਨ ਵਿੱਚ ਕੈਨ ਬੀ ਬੈਂਟ। ਸਕੈਲਟਨ ਦਾ ਉਹ ਪਾਰਟ ਜਿਹਨੂੰ ਆਪਾਂ ਬੈਂਟ ਕਰ ਸਕਦੇ ਹਾਂ। ਤਾਂ ਇੱਥੇ ਆਪਣੇ ਕੋਲ ਕੀ ਆ ਜਾਏਗਾ, ਕਾਰਟਿਲੇਜ। ਕਾਰਟਿਲੇਜ ਕੀ ਹੁੰਦਾ, ਇੱਕ ਜਿਹੜਾ ਆਪਣੇ ਕੋਲ ਸਟਰੋਂਗ ਅਤੇ ਫਲੈਕਸੀਬਲ ਟਿਸ਼ੂ ਹੁੰਦਾ, ਕਨੈਕਟਿਵ ਟਿਸ਼ੂ ਹੁੰਦਾ ਜਿਹੜਾ ਜੋੜਦਾ ਆ। ਠੀਕ ਹੈ, ਔਰ ਇਹ ਆਪਣੇ ਜੁਆਇੰਟਸ ਨੂੰ ਵੀ ਪ੍ਰੋਟੈਕਟ, ਜਿਵੇਂ ਆਪਾਂ ਦੀ ਫਿਗਰ ਦੇਖਣੀ ਹੋਵੇ ਤਾਂ ਆਪਣੇ ਜਿਹੜੇ ਬੋਨ, ਜਿਵੇਂ ਆਪਾਂ ਪਾਰਟੀਕੂਲਰ ਗੋਡਿਆਂ ਦੀ ਨੀਜ਼ ਦੀ ਹੈਲਪ ਲੈ ਲੈਂਦੇ, ਇਹਦੇ ਵਿੱਚ ਕੀ ਹੁੰਦੇ, ਕਾਰਟਿਲੇਜ ਹੁੰਦੇ ਆ, ਹੈ ਨਾ। ਜਿਹੜੇ ਇਹ ਕੀ ਕਰਦੇ ਆ, ਇਹ ਜੁਆਇੰਟਸ ਨੂੰ ਅਤੇ ਬੋਨਸ ਨੂੰ ਪ੍ਰੋਟੈਕਟ ਕਰਦੇ ਆ। ਔਰ ਡੀ ਆਪਸ਼ਨ ਕੀ ਹੈ, ਜੁਆਇਨ ਦਾ ਚੈਸਟ ਬੋਨ ਐਂਡ ਬੈਕ ਬੋਨ ਟੂਗੈਦਰ ਟੂ ਫੋਰਮ ਐਨ ਇਨਕਲੋਜ਼ਰ। ਚੈਸਟ ਬੋਨ ਨੂੰ ਅਤੇ ਬੈਕ ਬੋਨ ਨੂੰ ਉਹ ਆਪਾਂ ਨੂੰ ਪਤਾ ਕੀ ਹੋਗਾ, ਰਿਬ ਕੇਜ ਜਿੱਥੇ ਆਪਣੀ ਬਣਦਾ। ਤਾਂ ਕਿਹੜੀ ਆਪਸ਼ਨ ਬਣੇਗੀ, ਏ ਦੇ ਨਾਲ ਸੈਕਿੰਡ, ਬੀ ਦੇ ਨਾਲ ਫੋਰਥ। ਏ ਦੇ ਨਾਲ ਸੈਕਿੰਡ, ਬੀ ਦੇ ਨਾਲ ਫੋਰਥ। ਤਾਂ ਆਪਣੇ ਕੋਲ ਕੀ ਬਣ ਗਈ, ਸੈਕਿੰਡ ਆਪਸ਼ਨ, ਦੂਸਰੀ ਜਿਹੜੀ ਆਪਸ਼ਨ ਇਹਦਾ ਰਾਈਟ ਆਨਸਰ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੁਐਸਚਨ ਕੀ ਹੈ, ਕੁਐਸਚਨ ਨੰਬਰ 62 ਕੀ ਹੈ, ਵਿਚ ਆਫ ਦਾ ਫੋਲੋਇੰਗ ਗਲੈਂਡਸ। ਕਹਿੰਦਾ ਕਿ ਲਿਖਿਆ ਗਲੈਂਡ ਦੇ ਵਿੱਚੋਂ ਇਨ ਦੀ ਹਿਊਮਨ ਬੀਇੰਗ ਸੀਕ੍ਰੇਟਸ ਮੋਰ ਦੈਨ 2 ਹਾਰਮੋਨਸ। ਆਪਾਂ ਨੂੰ ਪਤਾ ਜਿਹੜੇ ਗਲੈਂਡਸ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਕੋਲ ਹਾਰਮੋਨਸ ਆ ਜਿਹੜੇ ਉਹ ਹੁੰਦੇ ਰਹਿੰਦੇ, ਨਿਕਲਦੇ ਰਹਿੰਦੇ ਆ, ਹੈ ਨਾ। ਤਾਂ ਕਿਹੜੇ ਹਾਰਮੋਨ ਜਿਹਦੇ ਵਿੱਚ 2 ਤੋਂ ਵੱਧ ਜਿਹੜੇ ਆ ਹਾਰਮੋਨਸ ਨਿਕਲਦੇ ਆ, ਆਪਣੇ ਕੋਲ ਆਪਸ਼ਨ ਦਿੱਤੀਆਂ ਹੈ, ਐਡਰਨਲ, ਪਿਟਿਊਟਰੀ ਗਲੈਂਡ, ਪੈਨਕ੍ਰੀਅਸ ਅਤੇ ਥਾਇਰੋਇਡ। ਤਾਂ ਇਹਦੇ ਵਿੱਚ ਜਿਹੜਾ ਆਪਣੇ ਕੋਲ ਕੀ ਹੁੰਦਾ ਆ, ਪਿਟਿਊਟਰੀ ਗਲੈਂਡਸ ਹੁੰਦਾ, ਇਹਦੇ ਵਿੱਚ ਮੋਰ ਦੈਨ 2 ਜਿਹੜੇ ਆ ਉਹ ਹਾਰਮੋਨਸ ਰਿਲੀਜ਼ ਹੁੰਦੇ ਆ। ਇਹ ਐਕਚੁਅਲੀ ਆਪਣੀ ਮਾਈਂਡ ਦੇ ਵਿੱਚ, ਆਪਣਾ ਜਿਹੜਾ ਬੋਡੀ ਜਿਹੜੀ ਆਪਣਾ ਮਾਈਂਡ ਹੁੰਦਾ ਉਹਦੇ ਵਿੱਚ ਜਿਹੜਾ ਹੁੰਦਾ ਨਾ ਥੈਲਮਸ, ਉਹਦੇ ਨੀਚੇ ਹੁੰਦਾ ਇੱਕ ਪੀਕ ਸਾਈਜ਼ ਦਾ ਹੁੰਦਾ ਐਂਡੋਕਰਾਈਨ ਗਲੈਂਡਸ ਹੁੰਦਾ ਹੈ, ਜਿਹੜਾ ਆਪਣੇ ਕੋਲ ਕੀ ਹੈ ਮੋਰ ਦੈਨ ਦਾ 2 ਹਾਰਮੋਨਸ ਜਿਹੜੇ ਉਹ ਆਪਣੀ ਬੋਡੀ ਦੀ ਐਕਟੀਵਿਟੀ ਜਿਹੜੀ ਮਾਈਂਡ ਦੀ ਆਪਣਾ ਉਹਨੂੰ ਉਹ 'ਤੇ ਡਿਪੈਂਡ ਕਰਦੀ ਹੁੰਦੀ ਹੈ, ਉਹਨੂੰ ਰਿਲੀਜ਼ ਕਰਦਾ ਹੈ। ਨੈਕਸਟ ਕੁਐਸਚਨ ਨੰਬਰ 63 ਕੀ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਕਹਿੰਦਾ ਰੇਟ ਲਿਖਿਆ ਕਿਹੜੀ ਸਟੇਟਮੈਂਟ ਟਰੂ ਆ। ਕਿ ਪਹਿਲੇ ਨੰਬਰ 'ਤੇ ਕਹਿੰਦਾ ਆਲ ਮੈਟਲਸ ਆਰ ਸੋਲਿਡਸ। ਹੁਣ ਦੇਖਣ ਦੇ ਵਿੱਚ ਲੱਗਦਾ ਵੀ ਜਿਹੜੀਆਂ ਤਾਤਾਂ ਹੁੰਦੀਆਂ ਉਹ ਸੋਲਿਡਸ ਹੁੰਦੀਆਂ, ਪਰ ਨਹੀਂ, ਸਾਰੀਆਂ ਤੱਤਾਂ, ਆਲ ਵਰਡ ਦਿੱਤਾ ਨਾ, ਸਾਰੀਆਂ ਤੱਤਾਂ ਜਿਹੜੀਆਂ ਉਹ ਸੋਲਿਡ ਨਹੀਂ ਹੁੰਦੀਆਂ। ਕੁਝ ਆਪਾਂ ਨੂੰ ਪਤਾ, ਜਿਵੇਂ ਮਰਕਰੀ ਹੋ ਗਈ ਉਹ ਲਿਕੁਇਡ ਵੀ ਹੁੰਦੀ ਹੈ। ਠੀਕ ਹੈ, ਨੈਕਸਟ ਆਪਣੇ ਇਟ ਮੀਨਸ ਫਸਟ ਸਟੇਟਮੈਂਟ ਤਾਂ ਆਪਣੀ ਕੀ ਹੋ ਗਈ, ਗਲਤ ਹੋ ਗਈ। ਸੈਕਿੰਡ ਕੀ, ਆਲ ਮੈਟਲਸ ਆਰ ਹਾਰਡ, ਬਿਲਕੁਲ ਗਲਤ ਹੈ। ਸਾਰੀਆਂ ਮੈਟਲਸ ਹਾਰਡ ਨਹੀਂ ਹੁੰਦੀਆਂ, ਮੋਸਟਲੀ ਹਾਰਡ ਹੁੰਦੀਆਂ। ਬਟ ਜਿਵੇਂ ਸੋਡੀਅਮ ਮੈਟਲ ਹੋ ਗਈ, ਜਿਹਨੂੰ ਆਪਾਂ ਨਾਈਫ ਦੇ ਨਾਲ ਵੀ ਕੱਟ ਸਕਦੇ ਹਾਂ, ਉਹ ਕੀ ਹੁੰਦੀ ਹੈ, ਬਿਲਕੁਲ ਨਰਮ ਹੁੰਦੀ ਹੈ, ਹਾਰਡ ਨਹੀਂ ਹੁੰਦੀ। ਤਾਂ ਸੈਕਿੰਡ ਆਪਸ਼ਨ ਵੀ ਗਲਤ ਹੋ ਗਈ। ਥਰਡ ਆਪਸ਼ਨ ਕੀ, ਆਲ ਨੋਨ ਮੈਟਲਸ। ਹੁਣ ਇੱਥੇ ਨੋਨ ਮੈਟਲ 'ਤੇ ਗੱਲ ਕੀਤੀ ਹੈ, ਕਹਿੰਦੇ ਕਿ ਜਿੰਨੇ ਨੋਨ ਮੈਟਲਸ ਆ ਉਹ ਸਾਰੀਆਂ ਗੈਸਿਸ ਹੁੰਦੀਆਂ, ਨਹੀਂ, ਇਹ ਵੀ ਗਲਤ ਆ, ਕਿਉਂਕਿ ਕਾਫੀ ਸਾਰੀਆਂ ਨੋਨ ਮੈਟਲਸ ਹੁੰਦੀਆਂ ਜਿਹੜੀਆਂ ਆਪਾਂ ਨੂੰ ਹੋਰ ਸਟੇਜਸ ਦੇ ਵਿੱਚ ਲਿਕੁਇਡ ਔਰ ਸੋਲਿਡ ਸਟੇਟ ਦੇ ਵਿੱਚ ਵੀ ਮਿਲ ਜਾਂਦੀਆਂ। ਫੋਰਥ ਆਪਸ਼ਨ ਕੀ ਹੈ, ਆਲ ਨੋਨ ਮੈਟਲਸ ਆਰ ਨੋਨ ਡਕਟਾਈਲ। ਇਹ ਬਿਲਕੁਲ ਠੀਕ ਹੈ, ਡਕਟਾਈਲ ਪ੍ਰੋਪਰਟੀ ਹੁੰਦੀ ਜਿਹਦੇ ਕਰਕੇ ਆਪਾਂ ਮੈਟਲਸ ਨੂੰ ਲੇਅਰਸ ਵਗੈਰਾ ਬਣਾ ਲੈਂਦੇ, ਉਹਨਾਂ ਦੀਆਂ ਵਾਇਰਸ ਵਗੈਰਾ ਬਣਾ ਲੈਂਦੇ। ਬਟ ਜਿਹੜੇ ਨੋਨ ਮੈਟਲਸ ਹੁੰਦੀਆਂ ਉਹ ਨੋਨ ਡਕਟਾਈਲ ਹੀ ਹੁੰਦੀਆਂ ਨੇ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 63 ਕੀ ਹੈ ਕਿ 63 ਕੁਐਸਚਨ ਕੀ ਹੈ, ਵਾਈ ਇਜ਼ ਏ ਮੈਨ ਮੇਡ ਫਾਈਬਰ obtained from natural source, what could be ਵਾਈ। ਕਹਿੰਦਾ ਇੱਕ ਵਾਈ ਜਿਹੜਾ ਮੈਨ ਮੇਡ ਫਾਈਬਰ, ਪਹਿਲੇ ਨੰਬਰ 'ਤੇ ਆਪਣੇ ਕੋਲ ਇੱਕ ਆਪਸ਼ਨ ਦੇਤੀ ਉਹਨੇ, ਮੈਨ ਮੇਡ ਹੋਵੇ ਫਾਈਬਰ ਹੋਵੇ। ਦੂਸਰਾ ਕੀ ਹੈ, ਨੈਚੁਰਲ ਸੋਰਸਿਸ ਤੋਂ ਡਿਪੈਂਡ। ਇਟ ਮੀਨਸ ਮੈਨ ਮੇਡ ਵੀ ਆ ਔਰ ਨੈਚੁਰਲ ਸੋਰਸਿਸ ਵੀ ਆ। ਇਟ ਮੀਨਸ ਕੀ ਹੋਊਗਾ,
ਸੈਮੀ ਜਿਹਨੂੰ ਆਪਾਂ ਬੋਲਾਂਗੇ ਵੀ ਨਾ ਪੂਰਾ ਮੈਨਮੇਡ ਨਾ ਪੂਰਾ ਨੈਚੁਰਲ ਆ। ਤਾਂ ਐਗਜ਼ਾਮਪਲ ਤੀ ਰੇਅਨ, ਨਾਈਲਨ, ਐਕ੍ਰੀਲਿਕ ਅਤੇ ਜੂਟ। ਹੁਣ ਦੇਖਿਆ ਜਾਵੇ ਨਾਈਲਨ ਅਤੇ ਐਕ੍ਰੀਲਿਕ ਇਹ ਤਾਂ ਪਿਓਰਲੀ ਮੈਨਮੇਡ ਆ, ਇਹ ਜਿਹੜੀ ਹੈਗੀ ਹੈ ਪਿਓਰਲੀ ਨੈਚੁਰਲ ਸੋਰਸਿਸ ਤੋਂ ਮਿਲਦੀ ਹੈ ਆਪਾਂ ਨੈਚੁਰਲ ਆ। ਤਾਂ ਆਪਣੇ ਕੋਲ ਰੇਆਨ ਹੀ ਰਹਿ ਜਾਂਦਾ ਜਿਹੜਾ ਕੀ ਹੈ ਇੱਕ ਸੈਮੀ ਸਿੰਥੈਟਿਕ, ਜਿਹਨੂੰ ਆਪਾਂ ਕੀਵਰਡ ਯੂਜ਼ ਕਰਾਂਗੇ ਕਿ ਇਹ ਕੀ ਹੈ ਸੈਮੀ ਸਿੰਥੈਟਿਕ ਆ। ਠੀਕ ਹੈ, ਜਿਹੜਾ ਕੀ ਆ ਨਾ ਤਾਂ ਪੂਰਾ ਨੈਚੁਰਲੀ ਹੈ ਔਰ ਨਾ ਹੀ ਆਪਣੇ ਕੋਲ ਕੀ ਹੈ ਪੂਰਾ ਜਿਹੜਾ ਹੈਗਾ ਮੈਨਮੇਡ ਆ। ਠੀਕ ਹੈ, ਇਹ ਨੈਚੁਰਲ ਸੋਰਸ ਜਿਹੜੇ ਆ ਵੁੱਡ ਹੋ ਗਿਆ, ਐਗਰੀਕਲਚਰ ਪ੍ਰੋਡਕਟਸ ਹੁੰਦਾ ਨਾ, ਵੇਸਟੇਜ ਵਗੈਰਾ ਹੁੰਦੀ ਆ, ਐਗਰੀਕਲਚਰ ਵੇਸਟੇਜ ਹੁੰਦੀ ਉਸ ਤੋਂ ਓਬਟੇਨਡ ਕਰਦੇ ਆ। ਅਤੇ ਇਸ ਕੁਐਸਚਨ ਦੀ ਆਪਸ਼ਨ ਆਪਣੇ ਕੋਲ 64 ਦੀ ਕੀ ਆ ਗਈ ਫਸਟ ਰੇਅਨ। ਨੈਕਸਟ ਆਪਣੇ ਕੋਲ ਕੀ ਹੈ 65 ਕੁਐਸਚਨ ਕੀ ਸਟੱਡੀ ਦਾ ਫੋਲੋਇੰਗ ਟੇਬਲ। ਆਪਾਂ ਨੂੰ ਇੱਕ ਟੇਬਲ ਦਿੱਤਾ ਹੋਇਆ, ਇਹਦੇ ਵਿੱਚ ਕੀ ਦਿੱਤਾ ਹੋਇਆ ਕਿ ਇੱਕ ਸਾਈਡ 'ਤੇ ਆਪਣੇ ਫਿਊਲ ਦਿੱਤੇ ਹੋਏ ABCD, ਦੂਸਰੀ ਸਾਈਡ 'ਤੇ ਆਪਣੇ ਕੋਲ 4 ਪ੍ਰੋਪਰਟੀਜ਼ ਕਹਿ ਲਓ, ਕੈਲੋਰੀਫਿਕ ਵੈਲਿਊ, ਸਟੇਟ ਅਤੇ ਇਗਨਾਈਸ਼ਨ ਟੈਂਪਰੇਚਰ। ਕਹਿੰਦਾ ਕਿ ਇਹਨਾਂ ਦੇ ਆਧਾਰ 'ਤੇ ਆਪਾਂ ਦੇਖੀਏ ਤਾਂ ਇਹਨਾਂ ਦੇ ਵਿੱਚ ਆਪਾਂ ਕਿਹਨੂੰ ਆਪਾਂ ਡੋਮੈਸਟਿਕ ਫਿਊਲ ਗੁੱਡ ਬੈਸਟ ਜਿਹੜਾ ਸੂਟਡ ਡੋਮੈਸਟਿਕ ਫਿਊਲ ਜਿਹੜਾ ਆਪਾਂ ਘਰੇਲੂ ਜਿਹੜਾ ਬਾਲਣ ਵਰਤਦੇ ਹਾਂ ਉਹਨੂੰ ਆਪਾਂ ਕਹਿ ਸਕਦੇ ਹਾਂ। ਹੁਣ ਜਿਹੜੀ ਕਲੈਰੀਫਿਕ ਵੈਲਿਊ ਹੁੰਦੀ ਉਹ ਕੀ ਹੁੰਦੀ? ਕਲੈਰੀਫਿਕ ਵੈਲਿਊ ਹੁੰਦੀ ਹੈ ਵੀ ਆਪਾਂ 1 ਗ੍ਰਾਮ ਜਾਂ 1 ਯੂਨਿਟ ਜਿਹੜੀ ਹੁੰਦੀ ਕੋਈ ਵੀ ਫਿਊਲ ਯੂਜ਼ ਕਰੀਏ ਅਤੇ ਮੈਕਸੀਮਮ ਉਹਦੇ 'ਚੋਂ ਹੀਟ ਆਪਾਂ ਨੂੰ ਮਿਲੇ, ਮੈਕਸੀਮਮ ਉਹਦੇ ਵਿੱਚ ਆਪਾਂ ਨੂੰ ਐਨਰਜੀ ਮਿਲੇ। ਠੀਕ ਹੈ, ਅਤੇ ਇਹ ਆਪਾਂ ਨੂੰ ਪਤਾ ਕਿਹੜਾ ਬੈਸਟ ਡੋਮੈਸਟਿਕ ਫਿਊਲ ਹੋਵੇ ਉਹਦੀ ਪ੍ਰੋਪਰਟੀ ਇਹ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਜੇ ਉਹਦੀ ਬਰਨਿੰਗ ਜ਼ਿਆਦਾ ਹੋਈ, ਜ਼ਿਆਦਾ ਮਟੀਰੀਅਲ ਬਾਲ ਲੈਂਗੇ ਔਰ ਉਹਦੇ 'ਚੋਂ ਐਨਰਜੀ ਘੱਟ ਨਿਕਲੂ ਤਾਂ ਆਪਣੇ ਵਾਸਤੇ ਯੂਜ਼ਫੁਲ ਨਹੀਂ ਹੋਊਗਾ। ਤਾਂ ਕਲੋਰੀਫਿਕ ਵੈਲਿਊ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਤਾਂ ਆਪਾਂ ਮੰਨਦੇ ਵੀ ਹਾਈ ਕਲੋਰੀਫਿਕ ਵੈਲਿਊ ਵੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਲੋ ਵਾਲੀ ਦਾ ਆਪਸ਼ਨ ਇੱਥੇ ਹੀ ਗਲਤ ਹੋ ਜਾਂਦੀ ਹੈ। ਉਸ ਤੋਂ ਬਾਅਦ ਸਟੇਟ ਹੈ, ਸਟੇਟ ਸੋਲਿਡ, ਗੈਸ ਅਤੇ ਲਿਕੁਇਡ। ਆਪਾਂ ਨੂੰ ਪਤਾ ਵੀ ਜਿਹੜਾ ਸੋਲਿਡ ਅਤੇ ਲਿਕੁਇਡ ਆ ਉਹਨੂੰ ਆਪਾਂ ਰੱਖਣਾ ਔਖਾ ਹੁੰਦਾ, ਜਦ ਕਿ ਗੈਸ ਸਟੇਟ ਨੂੰ ਆਪਾਂ ਈਜ਼ੀਲੀ ਹੀ ਰੱਖ ਸਕਦੇ ਹਾਂ। ਠੀਕ ਹੈ, ਥਰਡ ਆ ਗਿਆ ਇਗਨਾਈਸ਼ਨ ਟੈਂਪਰੇਚਰ। ਤਾਂ ਟੈਂਪਰੇਚਰ ਜਿਹੜੇ ਬਈ ਮਤਲਬ ਜਿਸ ਟੈਂਪਰੇਚਰ 'ਤੇ ਜਾ ਕੇ ਜਿਹੜਾ ਫਿਊਲ ਹੁੰਦਾ ਉਹਨੇ ਬਰਨ ਕਰਨਾ ਸ਼ੁਰੂ ਕਰ ਦੇਣਾ। ਤਾਂ ਅਗਰ ਆਪਣੇ ਕੋਲ ਉਸਦਾ ਜਿਹੜਾ ਹੁਣ ਇੱਥੇ ਦੇਖੋ, ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਜੇ ਤਾਂ ਫਿਊਲ ਦਾ ਇਗਨੀਸ਼ਨ ਟੈਂਪਰੇਚਰ ਬਹੁਤ ਜ਼ਿਆਦਾ ਆ ਵੀ ਬਹੁਤ ਜ਼ਿਆਦਾ ਉਹਨੂੰ ਗਰਮ ਕਰਨਾ ਪੈਂਦਾ ਫਿਰ ਜਾ ਕੇ ਉਹਨੂੰ ਅੱਗ ਲੱਗਦੀ ਆ, ਬਹੁਤ ਜ਼ਿਆਦਾ ਹੀਟ ਆਪਦੇ ਕੋਲੋਂ ਪਹਿਲਾਂ ਦੇਣੀ ਪੈਂਦੀ ਹੈ, ਇਟ ਮੀਨਸ ਉਹਦੀ ਬਰਨਿੰਗ ਔਖੀ ਹੋ ਜੂਗੀ। ਤਾਂ ਲੋ ਵਾਲਾ ਵੀ ਨਹੀਂ ਇੱਥੇ ਆ ਸਕਦਾ। ਬਟ ਕਈ ਵਾਰੀ ਕਹਿੰਦੇ ਕਿ ਬਰਨ ਜਿਹੜੀ ਉਹਦੀ ਆਪਣੇ ਕੋਲ ਕੀ ਹੈ ਇਗਨੀਸ਼ਨ ਟੈਂਪਰੇਚਰ ਹਾਈ ਨਹੀਂ ਹੋਣਾ ਚਾਹੀਦਾ ਕਿ ਜਸਟ ਥੋੜ੍ਹਾ ਜਿਹਾ ਟੈਂਪਰੇਚਰ ਵਧਿਆ ਅਤੇ ਉਹਨੂੰ ਅੱਗ ਲੱਗ ਜੇ, ਹੈ ਨਾ, ਵੀ ਥੋੜ੍ਹੀ ਜਿਹੀ ਹੀ ਹੀਟ ਦੇ ਨਾਲ ਉਹਨੂੰ, ਤਾਂ ਉਹ ਆਪਣੇ ਵਾਸਤੇ ਰਿਸਕੀ ਹੋ ਜੂਗੀ, ਉਹਨੂੰ ਆਪਾਂ ਹੈਂਡਲ ਕਰਨਾ ਔਖਾ ਹੋ ਜੂਗਾ। ਤਾਂ ਇਹਦੇ ਵਿੱਚ ਆਪਣੇ ਕੋਲ ਜਿਹੜੀ ਆਪਸ਼ਨ ਸੀ ਹੈ ਕਿ ਇੱਕ ਤਾਂ ਮੋਡਰੇਟ ਹੋਵੇ ਕਲੋਰੀਫਿਕ ਵੈਲਿਊ, ਉਹਦਾ ਇਗਨੀਸ਼ਨ ਟੈਂਪਰੇਚਰ ਵੀ ਮੋਡਰੇਟ ਹੋਵੇ, ਨਾ ਜ਼ਿਆਦਾ ਘੱਟ ਅਤੇ ਨਾ ਜ਼ਿਆਦਾ ਵੱਧ, ਔਰ ਗੈਸ ਵੀ ਕੀ ਹੋਵੇ, ਸਟੇਜ ਵੀ ਕਿਹੜੀ ਹੋਵੇ ਉਹਦੀ ਗੈਸ ਦੀ ਹੋਵੇ। ਤਾਂ ਇਸ ਆਪਸ਼ਨ ਦੇ ਵਿੱਚੋਂ ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ, ਜਿਹੜਾ ਸੀ ਫਿਊਲ ਹੋਊਗਾ ਮੋਡਰੇਟ ਕਲੈਰੀਫਿਕ। ਇਹ ਇਹਨਾਂ ਦੇ ਅਕੋਰਡਿੰਗ ਜੋ ਇੱਥੇ ਦਿੱਤਾ ਹੋਇਆ ਟੇਬਲ ਉਹਦੇ ਵਿੱਚੋਂ ਆਪਾਂ ਨੂੰ ਸਿਊਟ ਕੀਤਾ, ਕਿਉਂਕਿ ਉੱਥੇ ਆਪਾਂ ਇਕੱਲੀ ਇੱਕ ਵੈਲਿਊ ਨਹੀਂ ਦੇਖੀ, ਇਕੱਲੀ ਕਲੈਰੀਫਿਕ ਵੈਲਿਊ ਨਹੀਂ ਦੇਖੀ ਜਾਂ ਇਕੱਲੀ ਸਟੇਟ ਵੈਲਿਊ ਉਹਦੀ ਸਟੇਟ ਦੇ ਬੇਸ 'ਤੇ ਨਹੀਂ ਆਪਾਂ ਦੱਸਿਆ, ਇਕੱਲਾ ਉਹਦਾ ਆਪਾਂ ਇਗਨੀਸ਼ਨ ਟੈਂਪਰੇਚਰ ਦੇ ਬੇਸ 'ਤੇ ਉਹਦਾ ਨਹੀਂ ਦੱਸਿਆ। ਤਾਂ 65 ਦੀ ਕੀ ਆਈ ਜੇਗੀ ਸੀ ਆਪਸ਼ਨ ਥਰਡ ਵਨ। ਠੀਕ ਹੈ, ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 66 ਆਪਣੇ ਕੋਲ ਕੀ ਦਿੱਤਾ ਹੋਇਆ ਕਿ ਸਪੀਸੀਜ਼ restricted to a particular area are referred to as। ਕਹਿੰਦਾ ਕਿ ਕੁਝ ਜਿਹੜੀਆਂ ਸਪੀਸੀਜ਼ ਹੁੰਦੀਆਂ ਇੱਕ ਪਾਰਟੀਕੂਲਰ ਏਰੀਆ ਤੱਕ ਰਿਸਟ੍ਰਿਕਟਡ ਹੁੰਦੀਆਂ ਨੇ, ਹੈ ਨਾ, ਸਪੀਸੀਜ਼ ਕੋਈ ਜੀਵ ਜੰਤੂ ਲੈ ਲਓ, ਹੈ ਨਾ, ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਇੰਡੇਂਜਰਡ ਸਪੀਸੀਜ਼ ਬੋਲਦੇ ਹਾਂ, ਐਕਸਟਿੰਕਟ ਸਪੀਸੀਜ਼ ਬੋਲਦੇ ਹਾਂ, ਜਾਂ ਐਂਡੇਮਿਕ ਸਪੀਸੀਜ਼ ਬੋਲਦੇ ਜਾਂ ਮਾਈਗ੍ਰੇਟਰੀ ਸਪੀਸੀਜ਼ ਹੁੰਦੇ। ਹੁਣ ਆਪਾਂ ਦੇਖਿਆ ਜਾਵੇ ਤਾਂ ਇੰਡੇਂਜਰਡ ਸਪੀਸੀਜ਼ ਕਿਹੜੀਆਂ ਹੁੰਦੀਆਂ? ਉਹ ਸਪੀਸੀਜ਼ ਹੁੰਦੀਆਂ ਜਿਹੜੀਆਂ ਬਹੁਤ ਥੋੜ੍ਹੀਆਂ ਰਹਿ ਜਾਂਦੀਆਂ, ਜਿਹੜੀਆਂ ਖਤਮ ਹੋਣ 'ਤੇ ਆਉਂਦੀਆਂ, ਜਿਵੇਂ ਇਹਦੇ ਵਿੱਚ ਹਿੰਦੀ ਦੇ ਵਿੱਚ ਮੀਡੀਅਮ ਦੇ ਵਿੱਚ ਦਿੱਤਾ ਸੰਕਟਪਨ ਸਪੀਸੀਜ਼ ਆ ਗਈਆਂ, ਹੈ ਨਾ। ਫਿਰ ਆਪਣੇ ਕੋਲ ਐਕਸਟਿੰਕਸ਼ਨ ਆਈਆਂ ਜਿਹੜੀਆਂ ਵਿਲੁਪਤ ਹੋ ਚੁੱਕੀਆਂ। ਤਾਂ ਇੱਥੇ ਤੁਸੀਂ ਇਹਨਾਂ ਨੂੰ ਦੋਨਾਂ ਦੇ ਵਿੱਚ ਫ਼ਰਕ ਦੇਖੋ ਕਿ ਜਿਹੜੀ ਇੰਡੇਂਜਰਡਸ ਹੁੰਦੀਆਂ ਉਹ ਬਹੁਤ ਬਿਲਕੁਲ ਥੋੜ੍ਹੀਆਂ ਰਹਿ ਗਈਆਂ ਹੁੰਦੀਆਂ, ਉਹਨਾਂ ਖਤਰੇ ਦੀ ਮਤਲਬ ਜਿਹੜੀਆਂ ਖਤਮ ਹੋ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ। ਬਟ ਜਿਹੜੀਆਂ ਐਕਸਟਿੰਕਟ ਹੁੰਦੀਆਂ ਉਹ ਸਪੀਸੀਜ਼ ਹੁੰਦੀਆਂ ਜਿਹੜੀਆਂ ਬਿਲਕੁਲ ਖਤਮ ਹੋ ਚੁੱਕੀਆਂ, ਉਹਨਾਂ ਦੇ ਨਾਲ ਦਾ ਕੋਈ ਵੀ ਸਪੀਸੀਜ਼ ਜਾਂ ਉਹਨਾਂ ਨਾਲ ਦਾ ਕੋਈ ਵੀ ਹੈ ਨਹੀਂ ਗਾ। ਠੀਕ ਹੈ, ਉਹ ਸਪੀਸੀਜ਼ ਬਿਲਕੁਲ ਵੀ ਇੱਕ ਸਿੰਪਲ ਵੀ ਇੰਡੀਵਿਜੂਅਲ ਵੀ ਹੈ ਨਹੀਂ ਉਹਨਾਂ ਦੇ ਵਿੱਚ। ਤਾਂ ਇਹਦੇ ਵਿੱਚ ਜਿਹੜੀ ਆਪਾਂ ਨੂੰ ਆਪਸ਼ਨ ਪੁੱਛੀ ਸੀ ਇਹ ਹੈਗੀ ਐਂਡੇਮਿਕ ਸਪੀਸੀਜ਼। ਥਰਡ ਆਪਸ਼ਨ ਆਏਗੀ ਐਂਡੇਮਿਕ ਹੁੰਦੀਆਂ ਜਿਹੜੀਆਂ ਇੱਕ ਖਾਸ ਏਰੀਆ ਦੇ ਵਿੱਚ, ਜਿਵੇਂ ਆਪਾਂ ਹਿੰਦੀ ਦੀ ਆਪਸ਼ਨ ਤੋਂ ਦੇਖਦੇ ਹਾਂ ਵਿਸ਼ੇਸ਼ ਖੇਤਰੀ ਸਪੀਸੀਜ਼, ਤਾਂ ਇੱਕ ਖਾਸ ਏਰੀਏ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਆਪਾਂ ਐਂਡੇਮਿਕ ਸਪੀਸੀਜ਼ ਬੋਲਦੇ ਹਾਂ। ਅਤੇ ਮਾਈਗ੍ਰੇਟਰੀ ਸਪੀਸੀਜ਼ ਹੁੰਦੀਆਂ ਜਿਹੜੀਆਂ ਮੂਵ ਕਰਦੀਆਂ ਰਹਿੰਦੀਆਂ ਕਦੀ ਕਿਤੇ ਕਦੇ ਕਿਤੇ। ਅਤੇ ਆਪਾਂ ਨੂੰ ਸਟ੍ਰਿਕਟਡ ਏਰੀਏ ਦੇ ਵਿੱਚ ਪੁੱਛਿਆ ਸੀਗਾ, ਸਟ੍ਰਿਕਟਡ ਪਾਰਟੀਕੂਲਰ ਏਰੀਆ ਦੇ ਵਿੱਚ, ਤਾਂ ਉਹ ਐਂਡੇਮਿਕ ਸਪੀਸੀਜ਼ ਹੀ ਆਏਗਾ। 66 ਦੀ ਥਰਡ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 67।
ਮੈਟਲ X ਡਿਸਪਲੇਜ਼ ਦਾ ਮੈਟਲ Y, ਕਹਿੰਦਾ ਕਿ ਇੱਕ ਮੈਟਲ X ਆ ਉਹ Y ਮੈਟਲ Y ਨੂੰ ਡਿਸਪਲੇ ਕਰ ਦਿੰਦੀ ਹੈ ਫਰੋਮ ਇਟਸ ਸਾਲਟ ਸੋਲੂਸ਼ਨ, ਬਟ ਇਜ਼ ਨੋਟ ਏਬਲ ਟੂ ਡਿਸਪਲੇ ਦਾ ਮੈਟਲ Z ਫਰੋਮ ਇਟਸ ਸਾਲਟ ਸੋਲੂਸ਼ਨ, ਆਈਡੈਂਟੀਫਾਈ ਦ ਮੋਸਟ ਰਿਐਕਟਿਵ ਮੈਟਲਸ। ਤਾਂ ਆਪਾਂ ਨੂੰ ਪਤਾ ਜਦੋਂ ਆਪਾਂ 10th ਕਲਾਸ ਦੇ ਵਿੱਚ ਜਿਹੜੀ ਰਿਐਕਟੀਵਿਟੀ ਸੀਰੀਜ਼ ਜਾਂ 8th ਕਲਾਸ ਦਾ ਕੋਈ ਪੋਰਸ਼ਨ ਲੈਂਦੇ ਹਾਂ, ਜਿਹੜੀਆਂ ਮੈਟਲਸ ਹੁੰਦੀਆਂ ਉਹਨਾਂ ਦੀ ਰਿਐਕਟੀਵਿਟੀ 'ਤੇ ਡਿਪੈਂਡ ਕਰਦੀਆਂ ਹੁੰਦੀਆਂ। ਜਿਹੜੀ ਮੈਟਲ ਜ਼ਿਆਦਾ ਰਿਐਕਟਿਵ ਹੁੰਦੀ ਆ ਉਹ ਘੱਟ ਰਿਐਕਟਿਵ ਨੂੰ ਕੀ ਕਰਦੀ, ਡਿਸਪਲੇ ਕਰ ਦਿੰਦੀ ਹੈ। ਹੁਣ ਜੇ ਆਪਾਂ ਮੈਟਲ X ਡਿਸਪਲੇ ਮੈਟਲ ਦਾ Y, ਇਟ ਮੀਨਸ ਕਿ X ਇਜ਼ ਦਾ ਮੋਰ ਰਿਐਕਟਿਵ ਦੈਨ ਦਾ Y, ਤਾਂ X ਜ਼ਿਆਦਾ ਰਿਐਕਟਿਵ Y ਦੇ ਨਾਲੋਂ। ਪਰ ਨੈਕਸਟ ਲਾਈਨ ਦੇ ਵਿੱਚ ਕੀ ਹੈ, ਬਟ ਇਜ਼ ਨੋਟ ਏਬਲ ਟੂ ਡਿਸਪਲੇ ਦਾ ਮੈਟਲ Z, ਪਰ ਇਹਦਾ ਮਤਲਬ X ਜਿਹੜੀ ਉਹ Z ਨੂੰ ਡਿਸਪਲੇ ਨਹੀਂ ਕਰ ਸਕਦੀ। ਇਟ ਮੀਨਸ ਜਿਹੜੀ ਆ X ਆ ਉਹ Z ਨਾਲੋਂ ਘੱਟ ਰਿਐਕਟਿਵ ਆ। ਤਾਂ ਫਿਰ ਸਭ ਤੋਂ ਰਿਐਕਟਿਵ ਕਿਹੜੀ ਬਣ ਗਈ ਇਹਦੇ ਵਿੱਚ 67 ਦੇ ਵਿੱਚ Z, ਤਾਂ 67 ਦਾ ਵੀ ਥਰਡ ਆਪਸ਼ਨ ਆਏਗੀ Z ਜਿਹੜਾ ਹੋਊਗਾ ਦੈਟ ਵਿਲ ਬੀ ਮੋਸਟ ਰਿਐਕਟਿਵ ਮੈਟਲ। ਤਾਂ ਉਮੀਦ ਕਰਦਾ ਤੁਹਾਨੂੰ ਇੱਥੇ ਤੱਕ ਸਾਰੇ ਕੁਐਸਚਨ ਬਿਲਕੁਲ ਕਲੀਅਰ ਸਮਝ ਲੱਗ ਗਏ ਹੋਣਗੇ। ਹੁਣ ਆਪਾਂ ਅੱਗੇ ਕੁਐਸਚਨ ਸ਼ੁਰੂ ਕਰਦੇ ਹਾਂ। ਸੀਟੈਟ ਦੇ ਵਿੱਚ ਕੁਐਸਚਨ ਦਾ ਲੈਵਲ ਥੋੜ੍ਹਾ ਜਿਹਾ ਈਜ਼ੀ ਆਉਂਦਾ ਹੁੰਦਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਸਟੇਟਮੈਂਟ ਬਿਲਕੁਲ ਛੋਟੀਆਂ ਆਉਂਦੀਆਂ ਨੇ। ਤਾਂ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ 68 की लाइट रेज from an object fall on a surface and get reflected in completely diffused manner. What can you say about the nature of the image of the objects? ਕਹਿੰਦਾ ਕਿ ਇੱਕ ਲਾਈਟ ਹੈ ਕਿਸੇ ਆਬਜੈਕਟ ਦੇ ਉੱਪਰ ਫਾਲ ਕਰਦੀ ਹੈ ਸਰਫੇਸ ਦੇ ਉੱਪਰ, ਉਹ ਰਿਫਲੈਕਟ ਹੋ ਜਾਂਦੀ ਹੈ ਅਤੇ ਕੰਪਲੀਟਲੀ ਡਿਫਿਊਜ਼ ਅਲੱਗ-ਅਲੱਗ ਡਾਈਵਰਟ ਹੋ ਜਾਂਦੀ ਹੈ। ਤਾਂ ਆਪਾਂ ਉਸ ਤੋਂ ਬਾਅਦ ਜਿਹੜੀ ਇਮੇਜ ਬਣੂਗਾ ਉਹਦਾ ਨੇਚਰ ਕਿਹੋ ਜਿਹਾ ਹੋਊਗਾ, ਮਤਲਬ ਵਰਚੁਅਲ ਹੋਊਗਾ, ਲਾਰਜ ਹੋਊਗਾ, ਜਿਵੇਂ ਆਪਾਂ ਦੇਖਦੇ ਹੁੰਦੇ ਹਾਂ। ਅਤੇ 4 ਆਪਸ਼ਨ ਦਿੱਤੀਆਂ ਹੋਈਆਂ, ਇਟ ਵਿਲ ਵੀ ਵਰਚੁਅਲ ਅਤੇ ਸੇਮ ਸਾਈਜ਼, ਕਹਿੰਦਾ ਵਰਚੁਅਲ ਅਤੇ ਸੇਮ ਸਾਈਜ਼ ਦਾ ਹੋਏਗਾ, ਰੀਅਲ ਅਤੇ ਇਨਲਾਰਜਡ ਹੋਏਗਾ, ਜਾਂ ਵਰਚੁਅਲ ਐਂਡ ਇਨਲਾਰਜਡ ਹੋਏਗਾ, ਜਾਂ ਨੋ ਇਮੇਜ ਵਿਲ ਬੀ ਫਾਰਮਡ। ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਰੇਜ਼ ਰਿਫਲੈਕਟ ਹੁੰਦੀਆਂ, ਰਿਫਲੈਕਟ ਹੋ ਕੇ ਇਸ ਜਗ੍ਹਾ 'ਤੇ ਜਦੋਂ ਉਹ ਆਪਸ ਵਿੱਚ ਮੀਟ ਕਰਦੀਆਂ ਫਿਰ ਹੀ ਇਮੇਜ ਬਣਦੀ ਹੈ। ਬਟ ਇੱਥੇ ਕੀ ਹੋ ਗਿਆ, ਇੱਥੇ ਉਹ ਕੰਪਲੀਟਲੀ ਡਿਫਿਊਜ਼ਡ ਹੋ ਗਈਆਂ, ਡਿਫਿਊਜ਼ਡ ਮੈਨਰ ਦੇ ਵਿੱਚ ਚਲਾ ਗਈਆਂ। ਜੇ ਡਿਫਿਊਜ਼ਡ ਮੈਨਰ ਦੇ ਵਿੱਚ ਚਲਾ ਗਈਆਂ ਇਟ ਮੀਨਸ ਦੇਅਰ ਇਮੇਜ ਵਿਲ ਨੋਟ ਫਾਰਮਡ। ਤਾਂ ਇਸ ਕੁਐਸਚਨ ਦਾ ਕੀ ਆਨਸਰ ਆ ਜਾਏਗਾ ਆਪਣੇ ਕੋਲੇ, ਫੋਰਥ ਆਪਸ਼ਨ ਜਿਹੜੀ ਆਪਣੇ ਕੋਲ ਡੀ ਕਹਿ ਲਓ ਕਿ ਆਪਣੇ ਕੋਲ ਕੀ ਹੈ, ਨੋ ਇਮੇਜ ਵਿਲ ਬੀ ਫਾਰਮਡ। ਤਾਂ ਫੋਰਥ ਕੁਐਸਚਨ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਨੰਬਰ 69 ਕੀ ਆਪਣੇ ਕੋਲੇ ਆ, in order to slide a huge box lying on the ground in her room, Reshma should apply a force which is greater than which of the following force। ਕਹਿੰਦਾ ਕਿ ਇੱਕ ਨਾ ਬਾਕਸ ਪਿਆ ਹੋਇਆ ਹੈ ਨਾ, ਵੈਸੇ ਤਾਂ ਪਰਟੀਕੂਲਰ ਇੱਕ ਨਾਮ ਲੈ ਕੇ ਦਿੱਤਾ ਹੋਇਆ ਕਿ ਰੇਸ਼ਮਾ ਉਹਦੇ ਰੂਮ ਦੇ ਵਿੱਚ ਇੱਕ ਬਾਕਸ ਪਿਆ ਹੋਇਆ। ਆਪਾਂ ਇਹ ਦੇਖਦੇ ਹਾਂ ਪਹਿਲਾਂ ਵੀ ਆਪਣੇ ਕੋਲ ਆ ਨੀਚੇ ਵਾਲਾ ਕੋਈ ਸਰਫੇਸ ਦਿੱਤਾ ਹੋਇਆ, ਮੈਂ ਸਰਫੇਸ ਬਣਾ ਲਿਆ ਹੈ ਨਾ, ਆ ਇਹਦੇ ਉੱਪਰ ਬਾਕਸ ਦਿੱਤਾ ਸੀਗਾ, ਠੀਕ ਹੈ। ਇਸ ਬਾਕਸ ਨੂੰ ਜਦੋਂ ਮੈਂ ਇਸ ਸਾਈਡ ਤੋਂ ਫੋਰਸ ਅਪਲਾਈ ਕਰੂੰਗਾ ਔਰ ਇਹਨੂੰ ਮੈਂ ਪੁਸ਼ ਕਰਨਾ ਹੈ, ਅੱਗੇ ਨੂੰ ਧੱਕਣਾ ਹੈ, ਠੀਕ ਹੈ। ਇਹ ਕਦੋਂ ਧੱਕਿਆ ਜਾਊਗਾ, ਐਕਚੁਅਲ ਦੇ ਵਿੱਚ ਜਦੋਂ 2 ਸਰਫੇਸ ਹੁੰਦੇ ਹੈ ਨਾ, ਇੱਕ ਆਹ ਵਾਲਾ ਟੇਬਲ ਮੰਨ ਲਓ, ਟੇਬਲ ਜਾਂ ਆਪਣੇ ਕੋਲ ਫਲੋਰ ਆ ਹੈ ਨਾ, ਆਹ ਸੀ ਫਲੋਰ ਔਰ ਆਹ ਵਾਲਾ ਸੀ ਆਪਣੇ ਕੋਲ ਬਾਕਸ, ਠੀਕ ਹੈ, ਕੀ ਸੀਗਾ ਬਾਕਸ। ਤਾਂ ਇਸ ਜਗ੍ਹਾ 'ਤੇ ਇੱਥੇ ਜਿਹੜੇ ਦੋਨਾਂ ਦਾ ਸਰਫੇਸ ਆਫ ਕੰਟੈਕਟ ਆ ਫਲੋਰ ਦਾ ਅਤੇ ਬਾਕਸ ਦਾ, ਇਸ ਜਗ੍ਹਾ 'ਤੇ ਇੱਕ ਇਹਨਾਂ ਦੇ ਵਿੱਚ ਜਿਹੜੀ ਫੋਰਸ ਹੋਊਗੀ ਜਿਹਨੂੰ ਆਪਾਂ ਬੋਲਦੇ ਨੇ ਸਟੈਟਿਕ ਫੋਰਸ। ਜਦੋਂ ਆਪਾਂ ਇੱਧਰ ਪੁਸ਼ ਕਰਦੇ ਹਾਂ, ਉਹ ਸਟੈਟਿਕ ਫੋਰਸ ਤੋਂ ਜ਼ਿਆਦਾ ਹੋ ਗਈ ਤਾਂ ਉਦੋਂ ਇਹ ਬਾਕਸ ਜਿਹੜਾ ਅੱਗੇ ਮੂਵ ਕਰਨਾ ਸ਼ੁਰੂ ਕਰ ਦੂਗਾ। ਤਾਂ ਇੱਥੇ ਇਹੀ ਆਪਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਬਾਕਸ ਆ ਉਹ ਕਦੋਂ ਮੂਵ ਕਰਨਾ ਸ਼ੁਰੂ ਕਰੂਗਾ। ਤਾਂ ਆਪਣੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ, ਦੁਬਾਰਾ ਦੇਖਦੇ ਹਾਂ ਕਿਹੜੀਆਂ ਆਪਸ਼ਨ ਦਿੱਤੀਆਂ ਹੋਈਆਂ ਆਪਣੇ ਕੋਲ। ਵਿਚ ਇਜ਼ ਦਾ ਗ੍ਰੇਟਰ ਦੈਨ ਵਿਚ ਆਫ ਦਾ ਫੋਲਿੰਗ ਫੋਰਸ, ਸਟੈਟਿਕ ਫੋਰਸ, ਗ੍ਰੈਵੀਟੇਸ਼ਨਲ ਫੋਰਸ, ਨਾਰਮਲ ਫੋਰਸ ਜਾਂ ਮਸਕੂਲਰ ਫੋਰਸ। ਤਾਂ ਆਪਾਂ ਨੂੰ ਪਤਾ ਕੀ ਆਏਗਾ 69 ਦਾ ਸਟੈਟਿਕ ਫੋਰਸ ਆਊਗਾ। ਜਦੋਂ ਆਪਣੀ ਦੁਬਾਰਾ ਅਪਲਾਈ ਹੋਈ ਫੋਰਸ ਆ ਜਿਹੜੀ ਉਸ ਬਾਕਸ ਅਤੇ ਉਸ ਫਲੋਰ ਦੇ ਜਿਹੜਾ ਕੰਟੈਕਟ ਵਿੱਚ ਫੋਰਸ ਸੀ, ਫੋਰਸ ਆਫ ਕੰਟੈਕਟ ਸੀ, ਜਿਹਨੂੰ ਆਪਾਂ ਸਟੈਟਿਕ ਫੋਰਸ ਬੋਲਦੇ ਹਾਂ, ਉਸ ਤੋਂ ਜ਼ਿਆਦਾ ਹੋਊਗੀ, ਉਦੋਂ ਹੀ ਜਿਹੜੀ ਆ ਬੋਡੀ ਮੂਵ ਕਰਨਾ ਸ਼ੁਰੂ ਕਰੂਗੀ। ਨੈਕਸਟ ਆਪਣੇ ਕੋਲ ਹੈ ਕੁਐਸਚਨ ਨੰਬਰ 70 ਕੀ ਕਹਿੰਦਾ, ਆਈਡੈਂਟੀਫਾਈ ਦਾ ਕਰੈਕਟ ਸਟੇਟਮੈਂਟ। ਇਹਦੇ ਵਿੱਚੋਂ ਕਰੈਕਟ ਸਟੇਟਮੈਂਟ ਲੱਭੋ ਕਿਹੜਾ ਆਪਣੇ ਕੋਲ। ਦਾ ਲੋਅਰ ਦਾ ਫ੍ਰੀਕੁਐਂਸੀ ਆਫ ਦਾ ਵਾਈਬ੍ਰੇਸ਼ਨ ਹਾਇਰ ਇਜ਼ ਇਟਸ ਫ੍ਰੀਕੁਐਂਸੀ, ਹਾਇਰ ਇਜ਼ ਇਟਸ ਪਿਚ। ਕਹਿੰਦਾ ਕਿ ਜੇਕਰ ਉਹਦੀ ਫ੍ਰੀਕੁਐਂਸੀ ਘੱਟ ਹੋਊਗੀ ਆਵਾਜ਼ ਦੀ ਹੈ ਨਾ, ਤਾਂ ਉਹਦੀ ਪਿਚ ਕੀ ਹੋਊਗੀ, ਜ਼ਰੂਰੀ ਨਹੀਂ ਗੀ ਹੈ ਨਾ। ਫ੍ਰੀਕੁਐਂਸੀ ਜਿਹੜੀ ਹੁੰਦੀ ਆ ਉਹ ਹੁੰਦੀਆਂ ਜਿਹੜੀਆਂ ਉਹਦੀਆਂ ਬਣਦੀਆਂ ਉਹਦੀਆਂ ਕ੍ਰਾਸ ਤੇ ਟਰਫ ਪਾਰਮੈਂਟਸ ਦੇ ਵਿੱਚ। ਤਾਂ ਇਹ ਫਸਟ ਸਟੇਟਮੈਂਟ ਬਿਲਕੁਲ ਗਲਤ ਹੈ। ਲਾਊਡਨੈਸ ਆਫ ਸਾਊਂਡ ਇਜ਼ ਡਿਟਰਮਾਈਨਡ ਬਾਈ ਫ੍ਰੀਕੁਐਂਸੀ ਆਫ ਦਾ ਵਾਈਬ੍ਰੇਸ਼ਨ, ਬਿਲਕੁਲ ਗਲਤ। ਲਾਊਡਨੈਸ ਹੁੰਦੀ ਜਿਹੜੀ ਉਹਦੀ ਪਿਚ ਦੁਆਰਾ ਪਤਾ ਲੱਗਦੀ ਹੈ, ਠੀਕ ਹੈ। ਆਪਣੇ ਕੋਲ ਕੀ ਹੈ ਜਿਹੜੀ ਉਹਦੀ
ਵੇਵਲੈਂਥ ਜਿਹੜੀ ਦੱਸਦੀ ਹੁੰਦੀ ਹੈ ਨਾ। ਥਰਡ ਆਪਸ਼ਨ ਕੀ ਹੈ, ਸਾਊਂਡ ਕੈਨ ਨਾਟ ਟਰੈਵਲ ਥਰੂ ਦਾ ਵੇਕਮ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਜਿਹੜੀ ਸਾਊਂਡ ਹੁੰਦੀ ਹੈ ਉਹ ਵੇਕਮ ਦੇ ਵਿੱਚ ਨਹੀਂ मूव करती। तो 70 क्वेश्चन का आंसर की थर्ड बनेगा। फोर्थ ऑप्शन दी सी पिच ऑफ द साउंड इज डिटरमाइंड बाय इट्स एंपलीट्यूड, नहीं गलत आ। जी लाउडनैस होंगी है साउंड की वो आप कितों पता करते होंने वो एंपलीट्यूड्स। ये अपने को पीटेट के क्वेश्चन भी आया कि वो ऐ पूछा ये फोर्थ की ऑप्शन ही बन जाती होंगी है कि लाउडनैस ऑफ साउंड इज डिटरमाइंड बाय इट्स एंपलीट्यूड। ठीक है, तो इस तरह जो क्वेश्चन होंगे आ बिल्कुल एज इट इज़ नहीं आते होंगे, बट उस तरह के रिलेटेड जो टॉपिक्स आ वो आ जाते पेपर के। नैक्सट क्वेश्चन अपने को 71 की है, विच ऑफ द फॉलोइंग कैट सैट्स कंप्राइजेज द लिक्विड्स विच आर पूर कनैक्टर ऑफ इलैक्ट्रिसिटी। कहता कि थले सैट बना के दिते हुए अपने को लिक्विड्स के, ये किहड़ा सैट आ जिहड़ा पूर कनैक्टर ऑफ इलैक्ट्रिसिटी है। फस्ट ऑप्शन टैप वाटर, शैंपू तो हनी। सैकेंड की है साल्ट सलूशन, लैमन जूस तो विनेगर। हुण आपां नूं पता कि पूर कनैक्टर होणगे उहदे विच आयन्स नहीं बनणगे, जिहड़े आयन्स हुंदे आ मोस्टली एसिड दे विच बनदे हुंदे। आपां नूं पता कि जिहड़ा साल्ट सलूशन हो गया, लैमन जूस हो गया, एसिडिक नेचर हुंदे मोस्टली। तो इहदा मतलब ये हो गया कि जिहड़ा सैकेंड ऑप्शन है ये नहीं हो सकदी कि जिहदे विच लैमन जूस आ गया है ना। अपने कोले उस तो बाद विनेगर आ गया, लैमन, तो फोर्थ ऑप्शन भी नहीं हो सकती। हुण रह गया अपने को फस्ट टैप वाटर, शैंपू तो हनी। थर्ड की शैंपू, वैजीटेबल ऑयल तो डिस्टिल्ड वाटर। टैप वाटर जिहड़ा हैगा ये किसी हद तक जिहड़ा कनैक्टर ऑफ इलैक्ट्रिसिटी हो सकता है। ठीक है, तो अपने को सब तो जो पूर आऊगा वो आऊगी थर्ड ऑप्शन, शैंपू, वैजीटेबल ऑयल या डिस्टिल्ड वाटर। तो 71 क्वेश्चन का अपने को ऑप्शन आ जाएगा थर्ड ऑप्शन, शैंपू, वैजीटेबल ऑयल और डिस्टिल्ड वाटर। क्वेश्चन नंबर 72 की है, विच ऑफ द फॉलोइंग सैट्स कंप्राइजेज द कैमिकल चेंज। तो ये जो सैट दिते हुए तो किहड़ा कैमिकल चेंज दर्शाउंदा है। फस्ट क्वेश्चन की बॉयलिंग ऑफ वाटर, ब्रेकिंग। कैमिकल चेंज में अपना पता टोटली जो चेंज होंगे इरिवर्सिबल होंगे, जो वापस नहीं होंगे, तो बिल्कुल ईजी कंसैप्ट आ। तो वाटर का बॉयल करना जो अपने पता भी ये कैमिकल चेंज नहीं, आप अगली ऑप्शन नहीं पढ़नी, आप इतने क्रॉस ला देंगे। ठीक है, तो सैकेंड ऑप्शन डिजोल्विंग साल्ट इन वाटर, डाइजेशन ऑफ फूड, श्रेडिंग ऑफ पेपर। पेपर के जोड़े होंगे अपने टुकड़े टुकड़े करने, या डिसोल्विंग ऑफ साल्ट जोड़ा ये भी आप अलग अलग कर सकते हैं, ये भी कैमिकल चेंज नहीं। कुकिंग ऑफ फूड, बॉयलिंग ऑफ वाटर आ गया, तो ये भी नहीं ऑप्शन होगी। फोर्थ ऑप्शन रस्टिंग ऑफ आयरन, बिल्कुल सही कैमिकल चेंज है। बर्निंग ऑफ पेपर, ये भी कैमिकल चेंज है। डाइजेशन ऑफ फूड, ये भी कैमिकल चेंज है। तो ये सारे जो 72 के फोर्थ ऑप्शन है दैट इज़ द राइट आंसर। नैक्सट क्वेश्चन आप देखते हैं। नैक्सट क्वेश्चन नंबर 73 अपने को दिता है, एक न्यूमेरिकल दिता है 73 की दिता है। नीना वाज साइकलिंग टू मार्केट टू बाय सम ग्रोसरी आइटम्स। नीना साइकिल ते जाती मार्केट, तो मार्केट जी हैगी है इस दी 4 किलोमीटर अवे फ्रॉम हर होम। शी ट्रैवल्स एट ए स्पीड ऑफ 12 किलोमीटर पर आवर फॉर फर्स्ट 10 मिनट्स। ऑन हर वे शी मीट हर फ्रेंड्स निकित एंड स्टॉप्स टू चैट विद हर फॉर 15 मिनट्स। शी रिज्यूम हेयर एंड जर्नी एट द स्पीड ऑफ 8 किलोमीटर पर आवर। वट्स द एवरेज स्पीड ऑफ द जर्नी। तो उन्हें एवरेज स्पीड अपन पता जो आप एवरेज स्पीड कढ़नी है, देखा जाए तो सिंपल एवरेज स्पीड आप जो कढ़ने होंगे हैं तो की फार्मूला होंदा अपने कोले। तो जिन्ना उन्हें डिस्टेंस, टोटल डिस्टेंस, ठीक है, जिन्ना टोटल डिस्टेंस कवर किया सीगा ओवर टोटल टाइम टेकन। तो हुण आपां नूं टाइम की प्रॉब्लम है। टोटल डिस्टेंस तो आपको पता कि 4 किलोमीटर ही है। टाइम कितना लिया उन्हें, पहला उन्हें 4 किलोमीटर, उन्हें पहला 12 किलोमीटर के 10 मिनट पहला लाए, फिर 15 मिनट गल्लां कीतियां, फिर अगले स्पीड दी हुई है बाकी वाले टाइम में, उत्थे टाइम नहीं अपन पता। तो पहला अपन टोटल टाइम कैलकुलेट करना पऊगा। ठीक है, तो टाइम किवें कैलकुलेट करते हैं, पहला देखते हैं 10 मिनट दे विच कितना डिस्टेंस कवर किया। फस्ट 10 मिनट, 10 मिनट दे विच अपन पहला पता लगू कितना डिस्टेंस कवर किया। तो 12 किलोमीटर पर आवर। ठीक है, इट मीनस वो की करती है 12 किलोमीटर पर आवर 1 घंटे दे विच 12 किलोमीटर, यानी कि 12 5 60। तो अपने को की बन जाएगा 4 किलोमीटर जो टोटल डिस्टेंस सीगा। ठीक है, यानी कि 12 किलोमीटर डिस्टेंस सीगा
ਤਾਂ 10 ਮਿੰਟ ਲਾਏ, 10 ਮਿੰਟਾਂ ਦੇ ਆਪਾਂ ਘੰਟੇ ਬਣਾ ਲਏ, ਤਾਂ ਆਹ ਬਣ ਗਿਆ ਆਪਣੇ ਕੋਲ ਉਹਦਾ। ਇਹ ਕੱਟ ਕੇ ਆਪਣੇ ਕੋਲ ਕਿੰਨਾ ਆ ਜਾਊਗਾ, 2 ਨਾਲ 3 ਅਤੇ 12, 2 ਕਿਲੋਮੀਟਰ। ਯਾਨੀ ਕਿ 10 ਮਿੰਟਾਂ ਦੇ ਵਿੱਚ ਉਹਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ ਸੀਗਾ, 2 ਕਿਲੋਮੀਟਰ। ਕਿੰਨਾ ਡਿਸਟੈਂਸ ਕਵਰ ਕਰ ਲਿਆ, 2 ਕਿਲੋਮੀਟਰ। ਹੁਣ ਜਿਹੜਾ ਬਾਕੀ ਦਾ 2 ਕਿਲੋਮੀਟਰ ਰਹਿ ਗਿਆ, ਉਹਦੇ ਵਿੱਚ ਕਿੰਨਾ ਟਾਈਮ ਲਾਇਆ ਉਹਨੇ ਸਪੀਡ ਕਿੰਨੀ ਕੱਢੀ ਆ, 8 ਕਿਲੋਮੀਟਰ ਪਰ ਆਰ। ਠੀਕ ਹੈ, ਇਟ ਮੀਨਸ ਜੋ ਉਹਦੇ ਲਾਸਟ 2 ਕਿਲੋਮੀਟਰ ਸੀਗਾ। ਹੁਣ ਇੱਥੇ ਆਪਾਂ ਟਾਈਮ ਪਤਾ ਕਰਾਂਗੇ, ਟਾਈਮ ਕਿੰਨਾ ਲਿਆ ਉਹਨੇ। ਜਿਹੜੇ ਲਾਸਟ ਵਾਲੇ ਸੀਗੇ 2 ਕਿਲੋਮੀਟਰ ਡਿਸਟੈਂਸ ਸੀਗਾ, 8 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਜਾ ਕੇ ਤਾਂ ਇਹਨਾਂ ਨੂੰ 0.25 ਘੰਟੇ, ਯਾਨੀ ਘੰਟੇ ਦਾ ਚੌਥਾ ਹਿੱਸਾ, ਯਾਨੀ ਕਿ 15 ਮਿੰਟ। ਤਾਂ ਉਹਨੇ ਲਾਸਟ ਵਾਲੇ 2 ਕਿਲੋਮੀਟਰ ਕਿੰਨੇ ਟਾਈਮ ਦੇ ਵਿੱਚ ਕੱਢੇ ਆ, 15 ਮਿੰਟ ਦੇ ਵਿੱਚ। ਤਾਂ ਪਹਿਲੇ ਵਾਲੇ 2 ਕਿਲੋਮੀਟਰ ਕਿੰਨੇ ਵਿੱਚ ਕੱਢੇ ਸੀਗੇ, 10 ਮਿੰਟ ਦੇ ਵਿੱਚ। ਲਾਸਟ ਵਾਲੇ 2 ਕਿਲੋਮੀਟਰ ਕਿੰਨੇ ਵਿੱਚ ਕੱਢੇ ਉਹਨੇ, 15 ਦੇ ਵਿੱਚ। ਹੁਣ ਦੇਖਦੇ ਹਾਂ ਆਪਾਂ ਟੋਟਲ ਟਾਈਮ ਕਿੰਨਾ। ਹੁਣ ਕੀ ਕੀਤਾ ਆਪਾਂ, 10 ਮਿੰਟ ਉਹਨੇ ਪਹਿਲਾਂ ਲਾਏ 2 ਕਿਲੋਮੀਟਰ ਵਿੱਚ, 15 ਮਿੰਟ ਉਹ ਰਸਤੇ 'ਚ ਗੱਲਾਂ ਕੀਤੀਆਂ ਉਹਦੇ ਫਰੈਂਡ ਦੇ ਨਾਲ, ਫਿਰ 15 ਮਿੰਟ ਉਹਨੇ ਬਾਕੀ ਵੱਲ। ਤਾਂ ਟੋਟਲ ਉਹਨੇ ਕਿੰਨਾ ਟਾਈਮ ਲਾਤਾ, 40 ਮਿੰਟ। ਯਾਨੀ ਕਿ 40 ਮਿੰਟ ਦੇ ਤੁਸੀਂ ਘੰਟੇ ਬਣਾਓਗੇ ਤਾਂ 2/3 ਆਰਸ ਬਣ ਗਏ। ਤਾਂ ਫਿਰ ਐਵਰੇਜ ਸਪੀਡ ਕਿੰਨੀ ਬਣ ਗਈ, ਹੁਣ ਐਵਰੇਜ ਸਪੀਡ ਕਿੰਨੀ ਬਣ ਗਈ ਉਹਦੀ, 4 ਕਿਲੋਮੀਟਰ ਡਿਸਟੈਂਸ ਸੀਗਾ, ਟਾਈਮ ਕਿੰਨਾ ਲਿਆ, 2/3। ਤਾਂ ਉੱਤੇ ਜਾ ਕੇ ਉਲਟਾ 4 ਤੀਏ 12, 12/2, 6 ਕਿਲੋਮੀਟਰ ਪਰ ਜਿਹੜਾ ਉਹਨੇ 6 ਕਿਲੋਮੀਟਰ ਜਿਹੜਾ ਸੀਗਾ ਪਰ ਆਰ ਦੀ ਸਪੀਡ ਦੇ ਨਾਲ ਜਿਹੜੀ ਐਵਰੇਜ ਸਪੀਡ ਉਹਦੀ ਬਣ ਗਈ 6 ਕਿਲੋਮੀਟਰ ਪਰ ਆਰ। ਤਾਂ ਕਿਹੜੀ ਆਪਸ਼ਨ ਆਪਣੇ ਕੋਲ ਆ ਗਈ, 6 ਕਿਲੋਮੀਟਰ। ਤਾਂ ਬਹੁਤ ਈਜ਼ੀ ਸੀਗਾ, ਦੇਖਣ ਦੇ ਵਿੱਚ ਲੈਂਥੀ ਲੱਗਦਾ ਸੀਗਾ, ਕੁਛ ਨਹੀਂ ਕੀਤਾ। ਪਹਿਲੇ 10 ਮਿੰਟ ਦਿੱਤੇ ਸੀਗੇ, 10 ਮਿੰਟਾਂ 'ਚ ਉਹਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ, 2 ਕਿਲੋਮੀਟਰ। ਤਾਂ 2 ਕਿਲੋਮੀਟਰ ਰਹਿ ਗਿਆ, ਟੋਟਲ 4 ਕਰਨਾ ਸੀਗਾ, ਉਹਨੂੰ ਆਪਾਂ 8 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਕੈਲਕੂਲੇਟ ਕੀਤਾ, ਤਾਂ ਉਹਦੇ ਮਿੰਟ ਆ ਗਏ 15। ਤਾਂ ਟੋਟਲ ਟਾਈਮ ਦੇਖਿਆ ਆਪਾਂ, 10 ਮਿੰਟ ਪਹਿਲੇ 2 ਕਿਲੋਮੀਟਰ ਦੇ ਸੀ, 15 ਲਾਸਟ ਵਾਲੇ 2 ਕਿਲੋਮੀਟਰ ਦੇ ਸੀ, ਔਰ 15 ਜਿਹੜੇ ਸੀਗੇ ਉਹ ਜਿਹੜੇ ਉਹਨੇ ਆਪਣੇ ਫਰੈਂਡ ਦੇ ਨਾਲ ਚੈਟ ਕੀਤੀ ਸੀ ਉਹ, ਔਰ ਟੋਟਲ 40 ਮਿੰਟ ਸੀ। ਉਹਦੇ ਘੰਟੇ ਬਣਾ ਕੇ ਔਰ ਟੋਟਲ ਜਿਹੜਾ ਡਿਸਟੈਂਸ ਅਪੋਨ ਟੋਟਲ ਟਾਈਮ ਆਪਣੇ ਕੋਲ ਕੀ ਹੈਗਾ, 6 ਕਿਲੋਮੀਟਰ ਪਰ ਆਰ। ਨੈਕਸਟ ਕੁਐਸਚਨ ਆਪਣੇ ਕੋਲ ਕੀ 74, which of the following will not be helpful in the process of separating the mixture of। ਇਹ ਕੁਐਸਚਨ ਦੀ ਆਪਾਂ ਨੂੰ ਗ੍ਰੇਸ ਮਿਲੀ ਹੋਈ ਹੈ, ਇਹਦੇ ਵਿੱਚ ਕੋਈ ਨਾ ਕੋਈ ਨੁਕਸ ਹੈਗਾ ਕੁਐਸਚਨ ਦੇ ਵਿੱਚ। ਵੈਸੇ ਤਾਂ ਆ ਜਿਹੜੇ ਦਿੱਤੇ ਹੋਏ ਮੈਂ ਤਾਂ ਜ਼ਿਆਦਾ ਨੂੰ ਦੇਖਿਆ ਜਦੋਂ ਗ੍ਰੇਸ ਦਿੱਤੀ ਹੋਈ ਸੀਗੀ। ਤਾਂ ਨੈਕਸਟ ਕੁਐਸਚਨ 'ਤੇ ਆਪਾਂ ਚੱਲਦੇ 75 'ਤੇ। which of the following property of the light can be used to explain the phenomena of shadow formation। ਵੀ ਜਿਹੜੇ ਆਪਣੇ ਕੋਲ ਲਾਈਟ ਦੇ ਵਿੱਚ ਆਪਾਂ ਦੇਖਦੇ ਹਾਂ ਲਾਈਟ ਦੇ ਨਾਲ ਪਰਛਾਵਾਂ ਬਣਦਾ, ਤਾਂ ਕਿਹੜਾ ਜਿਹੜਾ ਫਿਨੋਮਨਾ ਯੂਜ਼ ਹੁੰਦਾ, ਕਿਹੜੀ ਉਹ ਪ੍ਰੋਪਰਟੀਜ਼ ਕਰਕੇ ਕਹਿ ਲਓ ਕਿ ਬਣਦਾ ਹੈ। ਲਾਈਟ ਟਰੈਵਲਸ ਇਨ ਸਟੇਟ ਲਾਈਨ, light travels at a high speed, light is composed of 7 color, light does not pass through the opaque objects। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਜਦੋਂ ਆਪਣੇ ਕੋਲ ਪਰਛਾਵਾਂ ਬਣਦਾ ਹੁੰਦਾ ਉਹ ਵਸਤੂ ਦੀ ਬਣਦਾ ਹੁੰਦਾ ਜਿਹਦੇ ਵਿੱਚ ਲਾਈਟ ਪਾਸ ਨਹੀਂ ਕਰਦੀ। ਤਾਂ ਇੱਕ ਤਾਂ ਆ ਜਾਏਗੀ ਡੀ ਆਪਸ਼ਨ, ਜਿਹੜੀ ਲਾਈਟ ਆ ਡਜ਼ ਨਾਟ ਪਾਸ ਥਰੂ ਦ opaque object। ਸੈਕੰਡਲੀ ਕੀ ਆ, ਜਿਹੜੀ ਲਾਈਟ ਹੁੰਦੀ ਹਮੇਸ਼ਾ ਇੱਕ ਸਟੇਟ ਜਿਹੜੀ ਲਾਈਨ ਦੇ ਵਿੱਚ ਚੱਲਦੀ ਆ, ਤਾਂ ਕਰਕੇ ਜਦੋਂ ਰਸਤੇ ਦੇ ਵਿੱਚ ਕੋਈ ਉਹਦੇ ਆਬਜੈਕਟ ਆ ਜਾਂਦਾ ਜਿਹਦੇ ਵਿੱਚ ਲਾਈਟ ਪਾਸ ਨਹੀਂ ਕਰ ਪਾਉਂਦੀ ਤਾਂ ਉਸ ਜਿਹੜੀ ਆ ਵਸਤੂ ਦਾ ਪਰਛਾਵਾਂ ਅੱਗੇ ਬਣ ਜਾਂਦਾ। ਤਾਂ ਆਪਸ਼ਨ ਏ ਐਂਡ ਡੀ ਆਪਣੇ ਕੋਲ 75 ਦਾ ਜਿਹੜਾ ਆਨਸਰ ਬਣ ਜਾਏਗਾ, ਕਿੰਨਾ ਬਣੇਗਾ, ਏ ਐਂਡ ਡੀ, 4th ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਆਨਸਰ। ਕੁਐਸਚਨ ਨੰਬਰ 76 ਕੀ, ਆਈਡੈਂਟੀਫਾਈ ਦਾ ਕਰੈਕਟ ਸਟੇਟਮੈਂਟ ਅਮੰਗ ਦਾ ਫੋਲੋਇੰਗ। ਇਹਦੇ ਵਿੱਚ ਆਪਾਂ ਕਰੈਕਟ ਸਟੇਟਮੈਂਟ ਦੇਣੀ ਆ। The proportion of fine particle in sandy soil is relatively higher than in the clay soil। ਤਾਂ ਇਹ ਇੱਕ ਗੱਲ ਤਾਂ ਇੱਥੇ ਬਿਲਕੁਲ ਕਲੀਅਰ ਹੈ ਕਿ ਜਦੋਂ ਆਪਣੇ ਕੋਲ ਸੈਂਡੀ ਸੋਇਲ ਦੀ ਗੱਲ ਕੀਤੀ, ਰੇਤਲੀ ਮਿੱਟੀ ਦੀ, ਤਾਂ ਉਹਦੇ ਵਿੱਚ ਜਿਹੜੇ ਪਾਰਟੀਕਲ ਹੁੰਦੇ ਹਮੇਸ਼ਾ ਮੋਟੇ ਹੀ ਹੁੰਦੇ ਆ। ਇਹਨੇ ਕਿਹਾ ਤਾਂ ਫਾਈਨ ਪਾਰਟੀਕਲਸ ਇਨ ਦੀ ਸੈਂਡੀ ਸੋਇਲ ਇਜ਼ ਰਿਲੇਟਿਵਲੀ ਹਾਇਰ। ਤਾਂ ਇਹ ਸਟੇਟਮੈਂਟ ਕੀ ਹੋ ਗਈ, ਗਲਤ ਹੋ ਗਈ। ਜਿਹੜੇ ਅਮਾਊਂਟ ਆਫ ਲਾਰਜ ਐਂਡ ਫਾਈਨ ਪਾਰਟੀਕਲਸ ਅਬਾਊਟ ਸੇਮ ਐਜ਼ ਇਨ ਦੀ ਕਲੇ ਸੋਇਲ। ਕਹਿੰਦਾ ਕਿ ਜਿਹੜੇ ਲਾਰ, ਤੇ ਇਹ ਵੀ ਬਿਲਕੁਲ ਗਲਤ ਆ। ਜਿਹੜੀ ਕਲੇ ਸੋਇਲ ਹੁੰਦੀ, ਚੀਕਣੀ ਮਿੱਟੀ ਹੁੰਦੀ ਹੈ ਆਪਣੇ ਕੋਲੇ, ਚੀਕਣੀ ਮਿੱਟੀ ਦੇ ਵਿੱਚ ਸਾਰੇ ਪਾਰਟੀਕਲ ਜਿਹੜੇ ਬਿਲਕੁਲ ਬਰੀਕ ਹੁੰਦੇ ਆ। ਥਰਡ ਆਪਣੇ ਕੋਲੇ ਕੀ ਹੈਗਾ, ਪ੍ਰਪੋਰਸ਼ਨ ਆਫ ਲਾਰਜ ਪਾਰਟੀਕਲ ਇਨ ਲੋਮੀ ਸੋਇਲ ਇਜ਼ ਰਿਲੇਟਿਵਲੀ ਹਾਇਰ ਦੈਨ ਦਾ ਇਨ ਦੀ ਸੈਂਡੀ ਸੋਇਲ। ਤਾਂ ਇੱਥੇ ਫਿਰ ਉਹੀ ਗੱਲ ਹੈਗੀ ਨਾ, ਸੈਂਡੀ ਸੋਇਲ ਦੇ ਵਿੱਚ ਕਹਿੰਦਾ ਕਿ ਇਹ ਜਿਹੜੀ ਉਹ ਇਹ ਲਿਖਿਆ ਨਾ, ਪ੍ਰਪੋਰਸ਼ਨ ਆਫ ਲਾਰਜ ਪਾਰਟੀਕਲ ਇਨ ਲੋਮੀ ਸੋਇਲ, ਦਮੋਦਰ ਮਿੱਟੀ ਉਹਦੇ ਵਿੱਚ ਹਾਇਰ ਹੁੰਦੇ ਦੈਨ ਦਾ ਸੈਂਡੀ ਸੋਇਲ, ਜਦ ਕਿ ਸੈਂਡੀ ਸੋਇਲ ਦੇ ਵਿੱਚ, ਰੇਤਲੀ ਮਿੱਟੀ ਦੇ ਵਿੱਚ ਵੀ ਜਿਹੜੇ ਫਾਈਨ ਲਾਰਜ ਪਾਰਟੀਕਲ ਹੁੰਦੇ ਉਹ ਜ਼ਿਆਦਾ ਹੁੰਦੇ, ਫਾਈਨ ਪਾਰਟੀਕਲ ਨਹੀਂ ਹੁੰਦੇ। ਔਰ 4th ਆਪਸ਼ਨ ਕੀ ਦਾ, ਪ੍ਰਪੋਰਸ਼ਨ ਆਫ
ਫਾਈਨ ਪਾਰਟੀਕਲ ਦੀ ਕਲੇ ਸੋਇਲ ਇਜ਼ ਰਿਲੇਟਿਵਲੀ ਹਾਇਰ। ਤਾਂ ਇਹ ਆਪਸ਼ਨ ਆਏਗੀ ਫੋਰਥ ਆਪਸ਼ਨ ਜਿਹੜੀ ਤੁਹਾਡੀ ਰਾਈਟ ਆਂਸਰ ਹੋਊਗਾ 76 ਦੀ। ਜਿਹੜੇ ਫਾਈਨ ਪਾਰਟੀਕਲ ਹੁੰਦੇ ਚੀਕਣੀ ਮਿੱਟੀ ਜ਼ਿਆਦਾ ਹੁੰਦੇ ਆ ਕਿਹਦੇ ਨਾਲੋਂ, ਨਮੋਦਰ ਦੇ ਨਾਲ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਹੁੰਦੇ ਆ ਬਰੀਕ ਪਾਰਟੀਕਲ ਚੀਕਣੀ ਮਿੱਟੀ ਦੇ ਵਿੱਚ ਹੀ ਆਪਣੇ ਕੋਲੇ ਆਉਂਦੇ ਆ। ਤਾਂ ਡੀ ਆਪਸ਼ਨ ਇਜ਼ ਦਾ ਰਾਈਟ ਆਂਸਰ ਆਫ ਕੁਐਸਚਨ ਨੰਬਰ 76। ਕੁਐਸਚਨ ਨੰਬਰ 77 ਕੀ ਹੈ, ਕਹਿੰਦਾ ਡੈਫੀਸ਼ੀਐਂਸੀ ਆਫ ਵਿਟਾਮਿਨ X ਕਾਜ਼ਜ਼ bleeding of germs, then the vitamin is essential for absorption of mineral Y and X is found in the food Z, identify X Y Z। ਤਾਂ ਆਪਾਂ ਨੂੰ ਪਤਾ ਕਿ ਕਿਹੜੇ ਵਿਟਾਮਿਨ ਦੀ ਘਾਟ ਕਰਕੇ ਜਿਹੜਾ X ਜਿਹੜੀ ਆਪਣੇ ਜਿਹੜੇ ਹੁੰਦੇ ਮਸੂੜੇ ਹੁੰਦੇ ਉਹਨਾਂ ਦੇ ਵਿੱਚੋਂ ਖੂਨ ਬਹਿਣ ਲੱਗਦਾ, ਤਾਂ ਉਹ ਹੁੰਦਾ ਵਿਟਾਮਿਨ C। ਤਾਂ ਸਭ ਤੋਂ ਪਹਿਲਾਂ ਦੇਖ ਲਓ ਵਿਟਾਮਿਨ C ਕਿੱਥੇ ਆਪਣੇ ਕੋਲ, C ਆ ਇੱਥੇ ਦਿੱਤਾ ਹੋਇਆ। ਫਿਰ ਕੀ ਆ, ਜੇ Z ਦਾ ਨਹੀਂ ਵੀ Y ਦਾ ਨਹੀਂ ਵੀ ਪਤਾ ਲੱਗਦਾ ਹੈ ਨਾ, ਅਬਜ਼ੋਰਪਸ਼ਨ ਕਿਹੜਾ ਮਿਨਰਲ ਕਰਦਾ, ਤਾਂ ਆਪਾਂ ਨੂੰ ਕੀ ਹੈ ਇੰਨਾ ਪਤਾ ਵੀ ਜਿਹੜਾ ਵਿਟਾਮਿਨ C ਕਾਹਦੇ 'ਚ ਹੁੰਦਾ, ਸਿਟਰਸ ਹੁੰਦਾ। ਸਿਟਰਸ ਵਿੱਚ ਵਾਲੀ ਕੋਈ ਐਗਜ਼ਾਮਪਲ ਹੋਰ ਨਹੀਂ ਦਿੱਤੀ ਹੋਈ Z ਵਾਲੀ, ਤਾਂ ਇਹਦਾ ਆਨਸਰ ਕੀ ਬਣੇਗਾ, ਸੈਕਿੰਡ ਆਪਸ਼ਨ 77 ਦਾ ਕੀ ਆ ਜਾਏਗਾ, ਸੈਕਿੰਡ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 78 ਕੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਬੈਸਟ ਡਿਸਕ੍ਰਾਈਬ ਦਾ ਨੇਚਰ ਆਫ ਦਾ ਸਾਇੰਸ। ਕਹਿੰਦਾ ਕਿ ਇਹਦੇ ਵਿੱਚੋਂ ਜਿਹੜੀ ਬੈਸਟ ਆ ਜਿਹੜੀ ਨੇਚਰ ਆਫ ਸਾਇੰਸ ਨੂੰ ਡਿਸਕ੍ਰਾਈਬ ਕਰਦੀ ਹੈ, ਸਾਇੰਸ ਇਜ਼ ਸਿਸਟਮ ਆਫ ਬਿਲੀਫ, ਸਾਇੰਸ ਇਜ਼ ਸੋਸ਼ਲ ਇਨ ਨੇਚਰ, ਸਾਇੰਟਿਸਟਸ ਆਰ ਟੋਟਲੀ ਓਬਜੈਕਟਿਵ ਇਨ ਦੇਅਰ ਵਰਕ, ਸਾਇੰਟੀਫਿਕ ਮੈਥਡ ਇਜ਼ ਦੀ ਓਨਲੀ ਗਾਈਡ ਫਾਰ ਕੰਡਕਟਿੰਗ ਦਾ ਰਿਸਰਚ। ਅਤੇ ਇਹਦੇ ਵਿੱਚ ਆਪਸ਼ਨ ਕੀ ਆ ਜਾਏਗੀ ਤੁਹਾਡੇ ਕੋਲੇ, ਸੈਕਿੰਡ ਆਪਸ਼ਨ ਇਜ਼ ਦਾ ਰਾਈਟ ਆਂਸਰ, ਸਾਇੰਸ ਇਜ਼ ਸੋਸ਼ਲ ਇਨ ਨੇਚਰ। ਤਾਂ ਕੁਐਸਚਨ ਨੰਬਰ 78 ਦੀ ਆਪਸ਼ਨ ਕੀ ਆਏਗੀ, ਬੀ। ਕੁਐਸਚਨ ਨੰਬਰ 79 ਕੀ ਕੋਗਨੀਟਿਵ ਵੈਲਿਡਿਟੀ ਇਨ ਦੀ ਸਾਇੰਸ ਕਰਿਕੂਲਮ ਮੀਨਸ। ਤਾਂ ਜਿਹੜੀ ਆਪਣੇ ਕੋਲੇ ਕੋਗਨੀਟਿਵ ਵੈਲਿਡਿਟੀ ਹੁੰਦੀ ਹੈ, ਕੋਗਨੀਟਿਵ ਜਿਹੜੀ ਥਿਊਰੀਜ਼ ਆਉਂਦੀਆਂ ਹੈ ਨਾ, ਉਹਦੇ ਵਿੱਚ ਕਿੰਨਾ ਕੁ ਵੈਦ ਆ, ਕਿੰਨੀ ਕੁ ਵੈਲਿਡ ਆ, ਕਾਹਦੇ ਕੇਸ ਵਿੱਚ, ਕਰਿਕੂਲਮ ਸਾਇੰਸ ਦੇ ਕਰਿਕੂਲਮ ਦੇ ਵਿੱਚ। ਉਹਦਾ ਕੀ ਮਤਲਬ ਆ ਵੀ ਜਿਹੜੀ ਕੋਗਨੀਟਿਵ ਵੈਧਤਾ ਆ ਜਿਹੜੀ ਆਪਣੇ ਕੋਲ ਥਿਊਰੀਜ਼ ਦੀ, ਉਹ ਸਾਇੰਸ ਕਰਿਕੂਲਮ ਦੇ ਆਧਾਰ 'ਤੇ ਆਪਾਂ ਉਹਨਾਂ ਦਾ ਕੀ ਮਤਲਬ ਆ। ਇਨਕਲੂਜਨ ਆਫ ਹਾਊ ਦਾ ਕੰਸੈਪਟ ਆਫ ਸਾਇੰਸ ਇਵੋਲਵ ਓਵਰ ਦਾ ਟਾਈਮ। ਤਾਂ ਕਹਿੰਦਾ ਕਿ ਇਹ ਦੱਸਣਾ ਕਿ ਕਿਵੇਂ ਕੰਸੈਪਟ ਸਾਇੰਸ ਟਾਈਮ ਦੇ ਹਿਸਾਬ ਦੇ ਨਾਲ ਇਨਕਲੂਜਨ ਹੁੰਦੀ ਹੈ। ਅਡੋਪਸ਼ਨ ਆਫ ਕੰਟੈਂਟ ਐਜ਼ ਪਰ ਦਾ ਕੋਗਨੀਟਿਵ ਲੈਵਲ ਆਫ ਦਾ ਲਰਨਰ। ਕਹਿੰਦਾ ਕਿ ਕੰਟੈਂਟ ਆ ਜਿਹੜਾ ਉਹ ਬੱਚੇ ਦੇ ਕੋਗਨੀਟਿਵ ਲੈਵਲ ਦੇ ਜਾਂ ਲਰਨਰ ਦੇ ਕੋਗਨੀਟਿਵ ਲੈਵਲ ਦੇ ਅਕੋਰਡਿੰਗ ਤੇ ਕਿਵੇਂ ਅਡੋਪਟ ਹੁੰਦਾ। ਡਿਲੂਸ਼ਨ ਆਫ ਕੰਟੈਂਟ ਕੰਟੈਂਟ ਨੂੰ ਡਿਲੂਟ ਕਿਵੇਂ ਕਰਨਾ। ਇਨਕਲੂਜਨ ਆਫ ਐਪਰੋਪਰੀਏਟ ਫਨ ਐਲੀਮੈਂਟ ਆਫ ਦਾ, ਤਾਂ ਕਿਵੇਂ ਆਪਾਂ ਕੀ ਕਰਨਾ ਹੈ, ਵਿਗਿਆਨ ਦੇ ਜਿਹੜੇ ਉਚਿਤ ਅਤੇ ਮਜ਼ੇਦਾਰ ਤੱਤ ਹੁੰਦੇ ਆ, ਪੁਆਇੰਟਸ ਹੁੰਦੇ ਆ, ਉਹਨਾਂ ਨੂੰ ਆਪਾਂ ਕਿਵੇਂ ਸ਼ਾਮਲ ਕਰਨਾ। ਅਤੇ ਇਹਦੇ ਵਿੱਚ ਸਹੀ ਆਪਸ਼ਨ ਇਹੀ ਹੈ ਕਿ ਜਿਹੜੇ ਲਰਨਰ ਆ, ਲਰਨਰ ਦੇ ਕੋਗਨੀਟਿਵ ਲੈਵਲ ਦੇ ਅਕੋਰਡਿੰਗ ਆਪਾਂ ਕਿਵੇਂ ਅਡੋਪਟੇਸ਼ਨ ਜਿਹੜੀ ਹੈ ਸਾਇੰਸ ਦੇ ਕਰਿਕੂਲਮ ਦੀ ਹੋਣੀ ਚਾਹੀਦੀ ਹੈ। ਤਾਂ 79 ਕੁਐਸਚਨ ਦੀ ਜਿਹੜੀ ਆਪਸ਼ਨ ਤੁਹਾਡੇ ਕੋਲ ਕੀ ਆ ਜਾਏਗੀ, ਬੀ ਆਪਸ਼ਨ, ਕੋਗਨੀਟ ਜਿਹੜੀ ਆਪਣੇ ਕੋਲੇ ਅਡੋਪਸ਼ਨ ਆਫ ਕੰਟੈਂਟ ਆਏਗੀ। ਕੁਐਸਚਨ ਨੰਬਰ 80 ਕੀ ਆਪਣੇ ਕੋਲੇ, ਅਕੋਰਡਿੰਗ ਟੂ NCF 2005 ਇਸ ਦੀ ਅਪਰ ਪ੍ਰਾਇਮਰੀ ਸਟੇਜ ਸਾਇੰਸ ਕਰਿਕੂਲਮ ਵਿੱਚ ਆਫ ਦਾ ਫੋਲੋਇੰਗ ਇਜ਼ ਰਿਕਮੈਂਡਡ। ਕਹਿੰਦੇ ਜਿਹੜਾ ਨੈਸ਼ਨਲ ਕਰਿਕੂਲਮ ਫਰੇਮ 2005 ਉਹਦੇ ਅਕੋਰਡਿੰਗ ਅਪਰ ਪ੍ਰਾਇਮਰੀ ਯਾਨੀ ਕਿ 6 ਤੋਂ ਬਾਅਦ ਹੈ ਨਾ, ਪ੍ਰਾਇਮਰੀ ਤੋਂ ਬਾਅਦ ਉਹਦੇ ਵਿੱਚ ਜਿਹੜੀ ਸਾਇੰਸ ਕਰਿਕੂਲਮ ਆ ਉਹਦੇ ਅਕੋਰਡਿੰਗ ਕੀ ਰਿਕਮੈਂਡ ਹੁੰਦਾ। ਕੰਸੈਪਟ ਕਹਿੰਦਾ ਸ਼ੁੱਡ ਬੀ ਲਿੰਕਡ ਟੂ ਮੇਕਿੰਗ ਸੈਂਸ ਆਫ ਐਵਰੀਡੇ ਐਕਸਪੀਰੀਅੰਸ। ਕਹਿੰਦਾ ਜਿਹੜਾ ਕੰਸੈਪਟਸ ਉਹ ਇਸ ਤਰ੍ਹਾਂ ਨਾਲ ਲਿੰਕ ਹੋਵੇ ਕਿ ਜਿਹੜਾ ਵਿਦਿਆਰਥੀ ਹੈ ਉਹਦੀ ਐਵਰੀਡੇ ਦੀ ਜਿਹੜੀ ਐਕਸਪੀਰੀਅੰਸ ਦੇ ਨਾਲ ਰਿਲੇਟਡ ਹੋਏ। ਤਾਂ ਬਿਲਕੁਲ ਸਹੀ ਹੈ ਇਹ ਆਪਣੇ ਕੋਲ ਇਹ ਉਸ ਤਰ੍ਹਾਂ ਹੋਣਾ ਹੀ ਚਾਹੀਦਾ। ਕੰਸੈਪਟ ਸ਼ੁੱਡ ਬੀ ਅਰਾਈਵਡ ਐਟ ਫਰੋਮ ਐਕਟੀਵਿਟੀ ਐਂਡ ਐਕਸਪੈਰੀਮੈਂਟ। ਇਹ ਵੀ ਆਪਾਂ ਬਹੁਤ ਦੇਖਿਆ ਕਿ ਕਰਿਕੂਲਮ ਦੇ ਵਿੱਚ ਵੀ ਜ਼ੋਰ ਦਿੱਤਾ, ਔਰ ਰਿਕਮੈਂਡੇਸ਼ਨ ਵੀ ਸੀਗੀਆਂ ਜਿਹੜੀਆਂ ਉਸ ਤੋਂ ਪਹਿਲਾਂ ਪੋਲਿਸੀਜ਼ ਆਈਆਂ ਸੀਗੀਆਂ। ਜਿਹੜਾ ਕੰਸੈਪਟ ਹੈ ਉਹ ਕੀ ਐਕਟੀਵਿਟੀ ਅਤੇ ਐਕਸਪੈਰੀਮੈਂਟ 'ਤੇ ਬੇਸਡ ਹੋਣਾ, ਤਾਂ ਬੀ ਆਪਸ਼ਨ ਵੀ ਆਏਗੀ। ਕੰਸੈਪਟ ਸ਼ੁੱਡ ਬੀ ਟੌਟ ਥਰੂ ਦਾ ਡਿਸਿਪਲਿਨਰੀ ਅਪਰੋਚ। ਇਹ ਬਿਲਕੁਲ ਗਲਤ ਆ। ਡਿਸਪਲਿਨਰੀ ਅਪਰੋਚ ਹੁੰਦੀ ਵੀ ਅਨੁਸ਼ਾਸਨ ਵੀ ਐਂ ਹੀ ਹੁੰਦਾ ਆ, ਠੀਕ ਹੈ, ਇਹ ਕੰਸੈਪਟ ਨਾ ਆਪਾਂ ਉਹਨਾਂ ਨੂੰ ਐਕਟੀਵਿਟੀ ਦੇ ਐਕਸਪੈਰੀਮੈਂਟ ਨਾਲ ਦੱਸਦੇ ਹਾਂ, ਤਾਂ ਸੀ ਆਪਸ਼ਨ ਨਹੀਂ ਆਏਗੀ। ਡੀ ਕੀ ਹੈ, ਅਲੋਂਗ ਵਿਦ ਦੀ ਕੰਸੈਪਟ ਲਾਜ਼ ਥਿਊਰੀਜ਼ ਆਰ ਨੀਡ ਟੂ ਵੀ, ਕਹਿੰਦਾ ਥਿਊਰੀਜ਼ ਵੀ ਇੰਟਰੋਡਿਊਸ ਕਰੋ। ਤਾਂ ਇਸ ਲੈਵਲ 'ਤੇ ਉਹੀ ਕੋਗਨੀਟਿਵ ਐਬਿਲਿਟੀ ਵਾਲੀ ਗੱਲ ਆ ਗਈ ਨਾ, ਇਸ ਲੈਵਲ 'ਤੇ ਅਜੇ ਥਿਊਰੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ। ਤਾਂ ਆਪਣੇ ਕੋਲ ਇਸ ਆਪਸ਼ਨ ਦੇ ਵਿੱਚ ਏ ਆਊਗਾ ਔਰ ਬੀ ਆਊਗਾ, ਅਤੇ ਏ ਦੇ ਅਕੋਰਡਿੰਗ ਕੀ ਹੈ, ਸੈਕਿੰਡ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 81 ਫਰੋਮ ਦਾ ਫੋਲੋਇੰਗ ਆਈਡੈਂਟੀਫਾਈ ਦਾ ਸਟੇਟਮੈਂਟ ਦੈਟ ਇਜ਼ ਟਰੂ ਅਬਾਊਟ ਦਾ ਸਾਇੰਸ। ਸਾਇੰਸ ਦੇ ਵਿੱਚ ਬਾਰੇ ਕਿਹੜੀ ਸਟੇਟਮੈਂਟ ਹੀ ਆ, ਸਾਇੰਟਿਸਟ ਰੀਅਲੀ ਹੈਵਲੀ ਔਨ ਦਾ ਇਮੈਜੀਨੇਸ਼ਨ ਟੂ ਕੈਰੀ ਆਊਟ ਦੇਅਰ ਵਰਕ। ਕਹਿੰਦਾ ਜਿਹੜੀ ਸਾਇੰਟਿਸਟ ਵਿਗਿਆਨਕ ਹੁੰਦੇ ਆ ਉਹਦਾ ਕੰਮ ਪੂਰਾ ਕਰਨ ਤੋਂ ਪਹਿਲਾਂ ਕਲਪਨਾ ਕਰਦੇ ਆ, ਹਾਈਪੋਥੇਸਿਸ ਬਣਾਉਂਦੇ ਆ, ਬਿਲਕੁਲ ਸਹੀ ਆ। ਤਾਂ ਇਹਦੇ ਵਿੱਚ ਫਸਟ ਆਪਸ਼ਨ ਜਿਹੜੀ ਆ ਤੁਹਾਡੀ 81 ਦਾ ਜਿਹੜਾ ਰਾਈਟ ਆਨਸਰ ਹੋਏਗਾ। ਬਾਕੀ ਵਾਲੀਆਂ ਤੁਸੀਂ ਦੇਖ ਲਓ, ਆਲ ਸਾਇੰਟਿਸਟ ਆਈਡੀਆ ਡਿਸਕਵਰਡ ਐਂਡ ਟੈਸਟਡ ਐਂਡ ਕੰਟਰੋਲਡ ਐਕਸਪੈਰੀਮੈਂਟ, ਨਹੀਂ, ਬਿਲਕੁਲ ਗਲਤ ਹੈ। ਵੈਨ ਦਾ ਥਿਊਰੀਜ਼ ਹੈਜ਼ ਬੀਨ ਸਪੋਰਟਡ ਬਾਈ ਗ੍ਰੇਟ ਡੀਲ ਆਫ ਦਾ ਸਾਇੰਟਿਸਟ ਐਵੀਡੈਂਸ ਇਟ ਬਿਕਮਜ਼ ਲਾ।
इन फोर्थ ऑप्शन की इन द टाइम साइंस विल बी एबल टू सॉल्व द मोस्ट सोसाइटीज़ प्रॉब्लम, ये तो बिल्कुल हो ही नहीं सकता है ना। तो क्योंकि अपने को की है स्टेटमेंट सी ये बारे साइंस के बारे, तो फस्ट ऑप्शन ज़्यादा ट्रू लग रही इन्होंने विचों। ये क्वेश्चनों दी ऑप्शन के थोड़ा थोड़ा ही फर्क होंदा है। किसी बुक के अपने को की है कुछ किसी आंसर में सही लिया जाता अलग अलग वो जोड़ा रीजन दे के, बट ये आप की लिया होया फस्ट नू राइट आंसर। नैक्सट अपने को क्वेश्चन की क्वेश्चन नंबर 82, क्वेश्चन नंबर 82 की अपने को टास्क ऑफ कलैक्टिंग वैदर रिपोर्ट फॉर ए वीक, आइडेंटिफाई वेयर द इशू वेंट रॉन्ग फ्रॉम द असैसमेंट इंਡੀਕੇਟਰ गिवन बिलो। कहता कि इशू ने एक इंडिविजुअल टास्क दी सी कि उन्हें एक हफ्ते के जोड़ा वैदर रिपोर्ट तैयार करनी है, पर वो रिपोर्ट तैयार करनी उन्हें गलती की है इंਡੀਕੇਟਰ बनाने इन्होंने कि मिसटेक है। पहले नंबर पर की किया उन्हें बनाया शी टैबूलेट डाटा फ्रॉम वैबसाइट एवरीडे, उन्हें डेली की है वैबसाइट तो डाटा लिया भी कितना टैंपरेचर से उदो कितनी बारिश सी, ठीक है बिल्कुल सही है भी। शी राइव्स एट द कंक्लूजन दैट रेन मे और मे नॉट बी टेक्स प्लेस इन द कमिंग वीक्स, वो इस कंक्लूजन पर आ गई भी मीह पै भी सकता अगले हफ्ते तो नहीं भी पै सकता। तो बिल्कुल सही है, आप एग्जैक्ट जी होंगी है प्रोडिक्शन कर ही नहीं सकते, तो परसेंटेज दस सकते होंगे। थर्ड की है शी कंक्लूड्स दैट डिक्रीज ह्यूमिडिटी इनक्रीज द लाइकलीहुड ऑफ रेनफॉल, इतने मिसटेक है। कंक्लूजन की है कि डिक्रीज द ह्यूमिडिटी कि ह्यूमिडिटी डिक्रीज होगी तो इनक्रीज द लाइकलीहुड ऑफ रेनफॉल, तो जो ह्यूमिडिटी डिक्रीज होगी तो वाटर की जी प्रैजेंस आ एयर के घटूगी, तो उत्थे जो रेनफॉल है वो भी जो मतलब प्रोडिक्शन है जो प्रोबेबिलिटी वो भी घटूगी, ठीक है। तो मीह नहीं बारिश भी चांसिस भी घटणगे, तो इतने उन्हें की लिखता इनक्रीज। तो 82 क्वेश्चन का जो ऑप्शन आ जाएगी सी ऑप्शन द राइट। फोर्थ की शी अंडरस्टूड द रेंज ऑफ द मैक्सीमम एंड मिनीमम टैंपरेचर वेरीज एवरीडे, बिल्कुल सही, उन्हें ये पता लग गया कि दिन के ते रात के मैक्सीमम कितना टैंपरेचर डाउन जाता या कितना अप जाता। तो इस क्वेश्चन 82 के अपने को किया गया थर्ड ऑप्शन इज़ द राइट आंसर अकॉर्डिंग टू द क्वेश्चन। क्वेश्चन नंबर 83 की अपने को दिता होया विच ऑफ द फॉलोइंग इज़ ए यूजफुल स्ट्रैटजी टू अंडरस्टैंड द कंसैप्चुअल गैप इन द लर्नर। तो जो कंसैप्चुअल गैप आ उन्होंने पढ़ने वास्ते अपन कि जी स्ट्रैटजी प्रॉपर होगी यूजफुल होगी, ऑर्गेनाइज कोई सैशन, ऑबजर्विंग प्रैक्टिकल स्किल्स, यूजिंग कंसैप्ट मैप्स, गिविंग होमवर्क रेगुलरली। तो ये सारे कंसैप्ट की गल की हुई है यूजिंग कंसैप्ट्स मैप्स, थर्ड ऑप्शन ये आंसर होगी 83 का, ठीक है। और जो क्विज सैशन या प्रैक्टिकल स्किल्स होंगे ना ये तो उन्होंने यूज़ करने बाद की गल आ, पहला आप कंसैप्ट की गल करांगे तो वो यूजिंग कंसैप्ट्स मैप आऊगा। नैक्सट क्वेश्चन 84 की टू इनकरेज द मोर गर्ल्स टू टेक्स अप द साइंस यू मे अडॉप्ट ऑल ऑफ द फॉलोइंग स्ट्रैटजी एक्सैप्ट। तो गर्ल्स को ज़्यादा इनकरेज करने वास्ते साइंस के आप कि स्ट्रैटजी लवेंगे 8 लिखिया तो पर दसनी है भी इनू छड्ड के बाकी सारिया आप स्ट्रैटजी कि आप छड्ड सकते हैं। फस्ट की है यूज़ द जेंडर सेंसिटिव लैंगुएज एंड इनकरेज यूर स्टूडेंट टू डू सो। कहता कि जेंडर सेंस जी जेंडर सेंसिटिविटी ध्यान में रखते हुए जी लैंगुएज है थोड़ी वो की होनी चाहिए है स्टूडेंट को इनकरेज करे, ठीक है बिल्कुल सही है भी। सैकंड की बी माइंडफुल दैट गर्ल्स आलवेज डोमीनेट डिस्कशन इन दी साइंस, कहता ये ध्यान रखो जो गर्ल्स आ हमेशा डोमीनेट करन काहदे च जो साइंस बारे डिस्कशन होंदी है क्लासरूम दे विच। तो ये क्वेश्चन जिहड़ा है ये गल जिहड़ी हजम नहीं होंदी, तो ये ऑप्शन आएगी बी इनू छड्ड के, ठीक है जरूरी नहीं गर्ल्स डोमीनेट करने, तो आप इंटरस्ट उन्होंने बनाना है। थर्ड ऑप्शन की इनवाइट द वूमेन साइंटिस्ट टू विजिट द यूर क्लासरूम, कहता वूमेन साइंटिस्ट को अपनी क्लासरूम विजिट करो, बिल्कुल सही है, इस नाल गर्ल्स जड़ियाँ होनियाँ इनकरेज होणगियां। इंगेज स्टूडेंट्स इन एग्जामाइन द मिथ एंड स्टीरियोटाइप अबाउट द साइंस, कहता कि स्टूडेंट्स नूं की करो मिथ ते स्टीरियोटाइप ते साइंस के बारे जो ऑब्जरवेशन जोड़ा होंदा उन्होंने पासे छड्ड के, हिंदी च लिखा विज्ञान के बारे में मिथकों और रूढ़ियों की जांच की शिक्षार्थियों को जोड़ें, ठीक है। स्टीरियोटाइप जोड़ा होंदा एक तरह की रटा जा लाना एक बिहेवियर जो जिन्होंने आही बोलिया होया रूढ़ीवादी जी, तो उस चीज़ के बारे जांच करनी, ठीक है मतलब उन्होंने इग्नोर ही करना। तो ये सैकंड ऑप्शन आऊगी जी अपने को राइट आंसर आएगी 84 दी। नैक्सट क्वेश्चन अपने को की है क्वेश्चन नंबर 85 साइंस टीचर नीड टू आस्क मोर डाइवर्जेंट क्वेश्चन। तो साइंस टीचर को ज़्यादा डाइवर्जेंट होंगे खुले आधार पर जितों मर्जी जिवें मर्जी क्वेश्चन पूछा जाए, ये नहीं भी इन्ने कानून जे दे विच रह के
ਕਹਿੰਦਾ ਕਿ ਮੋਰ ਡਾਈਵਰਜੈਂਟ ਕੁਐਸਚਨ ਕਹਿਣੇ ਚਾਹੀਦੇ, ਕਿਉਂ? ਟੂ ਸਟਿਮੂਲੇਟ ਐਂਡ ਡਿਵੈਲਪ ਦਾ ਕ੍ਰਿਟੀਕਲ ਥਿੰਕਿੰਗ। ਇਹਦੇ ਨਾਲ ਕੀ ਹੁੰਦਾ, ਬੱਚਿਆਂ ਦੇ ਵਿੱਚ ਬੱਚੇ ਸਟਿਮੂਲੇਟ ਹੁੰਦੇ ਆ, ਉਹਨਾਂ ਵਿੱਚ ਕ੍ਰਿਟੀਕਲ ਥਿੰਕਿੰਗ ਜਿਹੜੀ ਉਹ ਡਿਵੈਲਪ ਹੁੰਦੀ ਆ ਆਪਣੇ ਕੋਲੇ, ਠੀਕ ਹੈ। ਤਾਂ ਬਿਲਕੁਲ ਸਹੀ ਆਪਸ਼ਨ ਆ। ਜੇ ਡਾਇਵਰਜੈਂਟ ਪੁੱਛਾਂਗੇ ਤਾਂ ਇਸ ਤਰ੍ਹਾਂ ਹੀ ਹੋਊਗਾ। ਬੀ ਆਪਸ਼ਨ ਕਿ ਇਟ ਡਾਇਰੈਕਟਸ ਦਾ ਸਟੂਡੈਂਟ ਟੂ ਕਰੈਕਟ ਦਾ ਆਨਸਰ। ਤਾਂ ਇਹ ਕਹਿੰਦਾ ਕਿ ਸਟੂਡੈਂਟ ਨੂੰ ਡਾਇਰੈਕਸ਼ਨ ਦਿੰਦੇ ਕਰੈਕਟ ਆਨਸਰ ਦੇਣਗੇ, ਨਹੀਂ। ਜਦੋਂ ਡਾਇਵਰਜੈਂਟ ਤੁਸੀਂ ਕਲਾਸ ਦੇ ਵਿੱਚ ਲੈਸਨ ਤੋਂ ਹਟ ਕੇ ਕੁਐਸਚਨ ਪੁੱਛੋਗੇ ਨਾ ਕਿਸੇ ਚੀਜ਼ ਸਾਇੰਸ ਵਾਲੀ ਖਾਸ ਦੇ ਵਿੱਚ, ਹੈ ਨਾ, ਤਾਂ ਉਹ ਜ਼ਰੂਰੀ ਨਹੀਂ ਕਿ ਬੱਚਾ ਉਹ ਸਹੀ ਆਨਸਰ ਹੀ ਦੇਊਗਾ। ਤਾਂ ਬੀ ਆਪਸ਼ਨ ਜਿਹੜੀ ਉਹ ਇਹਦੇ ਵਿੱਚ ਨਹੀਂ ਹੋਊਗੀ, ਠੀਕ ਹੈ। ਆਪਣੇ ਕੋਲੇ ਸੀ ਕਿ ਇਟ ਹੈਲਪਸ ਦਾ ਥਿੰਕਿੰਗ ਸਟ੍ਰੈਟਜੀ, ਡਿਵੈਲਪ ਦਾ ਥਿੰਕਿੰਗ ਸਟ੍ਰੈਟਜੀਜ਼, ਬਿਲਕੁਲ ਸਹੀ ਹੈ। ਪਹਿਲਾ ਵੀ ਠੀਕ ਸੀਗਾ, ਸੀ ਵੀ ਠੀਕ ਹੈ। ਇਟ ਹੈਲਪਸ ਇਨ ਅਸੈਸਿੰਗ ਦਾ ਕ੍ਰੀਏਟਿਵ ਬਿਹੇਵੀਅਰ ਇਨ ਦੀ ਲਰਨਰ, ਤਾਂ ਇਹ ਵੀ ਕ੍ਰੀਏਟਿਵ ਬਿਹੇਵੀਅਰ ਵੀ ਲਰਨਰ ਦੇ ਵਿੱਚ ਪ੍ਰੋਡਿਊਸ ਕਰਦਾ। ਤਾਂ ਸੈਕੰਡ ਆਪਸ਼ਨ ਬੀ ਆਪਸ਼ਨ ਏ ਸੀ ਐਂਡ ਡੀ ਇਜ਼ ਦਾ ਰਾਈਟ ਆਂਸਰ। ਕੁਐਸਚਨ ਨੰਬਰ 86 ਕੀ ਹੈ, ਯੂਜ਼ਿੰਗ ਦਾ ਡੈਮੋਸਟ੍ਰੇਸ਼ਨ ਇਨ ਕਲਾਸਰੂਮ ਪ੍ਰੋਡੋਮੀਨੇਟਲੀ ਇਨਵੋਲਵ ਦਾ ਲਰਨਰ। ਤਾਂ ਜੇ ਡੈਮੋਸਟ੍ਰੇਸ਼ਨ ਆਪਾਂ ਕਲਾਸਰੂਮ ਦੇ ਵਿੱਚ ਯੂਜ਼ ਕਰਦੇ ਹਾਂ, ਕਿਸ ਚੀਜ਼ ਲਰਨਰ ਦੇ ਕਿਸ ਚੀਜ਼ ਨੂੰ ਪ੍ਰੋਡੋਮੀਨੇਟ ਕਰਦੀ ਹੈ ਨਾ, ਤਾਂ ਯੂਜ਼ਲੀ ਜਦੋਂ ਆਪਾਂ ਯੂਜ਼ ਕਰਾਂਗੇ ਤਾਂ ਵਿਜ਼ੂਅਲ ਅਤੇ ਆਡੀਟਰੀ ਲਰਨਿੰਗ ਦੇ ਵਿੱਚ ਇਹਦੇ ਵਿੱਚ ਆ ਜਾਊਗਾ। ਇਕੱਲਾ ਵਿਜ਼ੂਅਲ ਵੀ ਨਹੀਂ ਆਊਗਾ, ਇਕੱਲਾ ਆਡੀਟਰੀ ਵੀ ਨਹੀਂ ਆਊਗਾ, ਠੀਕ ਹੈ। ਥਰਡ ਵਨ ਤਾਂ ਜਿਹੜਾ ਹੁੰਦਾ ਐਕਟੀਵਿਟੀ ਨਾਲ ਰਿਲੇਟਡ ਹੁੰਦਾ, ਕਿਨਸਥੈਟਿਕ ਜਿਹੜਾ ਹੁੰਦਾ ਹੈਗਾ, ਗਤੀ ਬੌਧਿਕ ਜਿਹੜਾ ਸਿੱਖਣਾ, ਇਹ ਐਕਟੀਵਿਟੀ ਜੇ ਆਪਾਂ ਕਰਵਾਉਣੀ ਉਦੋਂ ਆਉਂਦਾ, ਠੀਕ ਹੈ। ਕੁਐਸਚਨ ਨੰਬਰ 87 ਕੀ ਹੈ, ਗਿਵ ਦਾ ਸੀਕੁਐਂਸ ਆਫ ਪਲੈਨਿੰਗ ਫਾਰ ਯੂਅਰ ਸਾਇੰਸ ਕਲਾਸਰੂਮ ਯੂਜ਼ਿੰਗ ਇਨਕੁਆਇਰੀ ਅਪਰੋਚ। ਇਨਕੁਆਇਰੀ ਅਪਰੋਚ ਵਾਸਤੇ ਟੀਚਿੰਗ ਕਨਸੈਪਟ ਡੈਂਸਿਟੀ, ਤਾਂ ਡੈਂਸਿਟੀ ਆਪਾਂ ਪੜ੍ਹਾਉਣੀ ਆ ਤਾਂ ਇਨਕੁਆਇਰੀ ਅਪਰੋਚ ਆ ਕਿ ਬੱਚਾ ਖੁਦ ਓਬਜ਼ਰਵ ਕਰੂਗਾ। ਤਾਂ ਆਹ ਥੱਲੇ ਉਹਨੇ 4 ਸਟੈਪ ਦਿੱਤੇ, ਇਹਨਾਂ ਨੂੰ ਆਪਾਂ ਸੀਕੁਐਂਸ ਦੇ ਵਿੱਚ ਲਾਉਣਾ। ਪਹਿਲੇ ਨੰਬਰ ਕਿਤੇ ਕੀ ਆਪਣੇ ਕੋਲ ਦਿੱਤਾ ਹੋਇਆ ਉਹਨੇ, ਕਹਿੰਦਾ ਅਲਾਓ ਦਾ ਸਟੂਡੈਂਟਸ ਟੂ ਡਿਟਰਮਾਈਨ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਆਬਜੈਕਟ ਐਂਡ, ਕਹਿੰਦਾ ਕਿ ਸਟੂਡੈਂਟਸ ਨੂੰ ਆਗਿਆ ਦਿਓ ਕਿ ਉਹ ਆਬਜੈਕਟਸ 'ਤੇ ਫਲੋਟ 'ਤੇ ਡੁੱਬਣਾ ਅਤੇ ਜਿਹੜਾ ਵਸਤੂ ਦਾ ਫਲੋਟਿੰਗ ਕਰਨੀ ਜਾਂ ਸਿੰਕ ਕਿਵੇਂ ਕਰਦੀ ਆ ਉਹਦੇ ਬਾਰੇ ਉਹ ਰਿਲੇਸ਼ਨ ਲੱਭੇ। ਬੀ ਆਪਸ਼ਨ ਕੀ ਦਿੱਤਾ ਹੋਇਆ, ਅਲਾਓ ਦਾ ਸਟੂਡੈਂਟ ਟੂ ਪਲੇ ਵਿਦ ਵਾਟਰ ਇਨ ਏ ਟੱਬ ਵਿਦ ਡਿਫਰੈਂਟ ਆਬਜੈਕਟਸ, ਸਟੂਡੈਂਟਸ ਨੂੰ ਪਾਣੀ ਦੇ ਟੱਬ ਦੇ ਨਾਲ ਖੇਡਣ ਦਿਓ। ਆਸਕ ਦਾ ਸਟੂਡੈਂਟ ਟੂ ਡਿਜ਼ਾਈਨ ਏ ਸਮਾਲ ਬੋਟ ਦੈਨ ਦੈਟ ਕੈਨ ਕੈਰੀ ਦਾ ਵਨ, ਕਿੱਦਾਂ ਸਟੂਡੈਂਟਸ ਨੂੰ ਕਹੋ ਕਿ ਇੱਕ ਕਿਸ਼ਤੀ ਬਣਾਓ ਜਿਹੜੀ 1 ਕਿਲੋਗ੍ਰਾਮ ਵੇਟ ਨੂੰ ਕੈਰੀ ਕਰ ਸਕਦਾ। ਬਿਲਕੁਲ ਸਿੰਪਲ ਜਿਹਾ ਕਨਸੈਪਟ ਆ, ਇਨਕੁਆਇਰੀ ਅਪਰੋਚ ਆ, ਬੱਚੇ ਨੂੰ ਖੁਦ ਕਰਨੀ ਐਕਟੀਵਿਟੀ ਕਰਨੀ। ਕੀ ਕਰਾਂਗੇ ਆਪਾਂ, ਬੱਚੇ ਨੂੰ ਪਹਿਲਾਂ ਵਾਟਰ ਦੇਵਾਂਗੇ, ਟੱਬ ਦੇਵਾਂਗੇ, ਤਾਂ ਉਹਦੇ ਨਾਲ ਦੇਖੂਗਾ, ਠੀਕ ਹੈ, ਜਿਵੇਂ ਕਹਿੰਦਾ ਖੇਡੂਗਾ, ਉਹਨੂੰ ਪਤਾ ਲੱਗੂਗਾ ਜਿਹੜਾ ਪਾਣੀ ਹੈ ਕਿਵੇਂ, ਜਿਹੜਾ ਟੱਬ ਦੇ ਵਿੱਚ ਪਾਣੀ ਅੱਧਾ ਭਰਿਆ ਡੁੱਬਦਾ ਜਾਂ ਪੂਰਾ ਭਰਿਆ ਸਾਰਾ ਡੁੱਬ ਜਾਂਦਾ, ਜਾਂ ਉਹਨੂੰ ਖਾਲੀ ਰੱਖ ਦਿੰਦਾ ਟੱਬ, ਜਿਹੜਾ ਆਪਣੇ ਕੋਲੇ ਆ ਟੱਬ ਦੇ ਵਿੱਚ ਜਿਹੜਾ ਵਾਟਰ ਆ ਆਬਜੈਕਟਸ ਨੂੰ ਕਿਹੜੇ ਕਿਵੇਂ ਤੈਰਦੇ ਹੁੰਦੇ, ਹੈ ਨਾ। ਤਾਂ ਸਭ ਤੋਂ ਪਹਿਲਾਂ ਬੀ ਆਪਸ਼ਨ ਆਏਗੀ। ਤਾਂ ਬੀ ਆਪਸ਼ਨ ਵਾਲੀਆਂ ਆਪਣੇ ਕੋਲ ਤੀਜਾ ਤੇ ਚੌਥਾ। ਉਸ ਤੋਂ ਬਾਅਦ ਕੀ ਕਰੂਗਾ, ਫਿਰ ਉਹ ਦੇਖੂਗਾ ਵੀ ਕਿਹੜਾ ਆਬਜੈਕਟ ਡੁੱਬਦਾ ਕਿਹੜਾ ਨਹੀਂ ਡੁੱਬਦਾ, ਤਾਂ ਫਿਰ ਸਟੂਡੈਂਟ ਕੀ ਕਰੂਗਾ, ਫਲੋਟ ਅਤੇ ਸਿੰਕ ਵਾਲਾ ਰਿਲੇਸ਼ਨ ਬਣਾਊਗਾ। ਔਰ ਉਸ ਤੋਂ ਬਾਅਦ ਉਹ ਆਪਦੀ ਪ੍ਰੈਕਟੀਕਲ ਜਿਹੜਾ ਉਹਦੀ ਐਪਲੀਕੇਸ਼ਨ 'ਤੇ ਜਾਊਗਾ। ਇੱਕ ਤਰ੍ਹਾਂ ਨਾਲ ਉਹਦੀ ਐਪਲੀਕੇਸ਼ਨ ਆ ਗਈ ਸੀ, ਤਾਂ ਸੀ ਲਾਸਟ 'ਤੇ ਬੀ ਪਹਿਲਾਂ। ਤਾਂ ਫੋਰਥ ਆਪਸ਼ਨ ਜਿਹੜੀ ਹੈ ਰਾਈਟ ਆਨਸਰ ਹੋਊਗੀ 87 ਦਾ। ਨੈਕਸਟ ਆਪਣੇ ਕੋਲ ਕੁਐਸਚਨ ਹੈਗਾ 88 ਕੀ ਆਪਣੇ ਕੋਲ ਦਿੱਤਾ ਹੋਇਆ, ਕੁਐਸਚਨ ਨੰਬਰ 88 ਕੀ ਹੈ, ਵਾਈ ਇਜ਼ ਏ ਪਲਾਂਟਸ ਵਿਚ ਡਜ਼ ਨਾਟ ਹੈਵ ਕਲੋਰੋਫਿਲੀ ਵਟ ਕੁਡ ਵਾਈ ਬੀ। ਕਹਿੰਦਾ ਕਿ ਇਹਨਾਂ ਵਿੱਚ ਕਿਹੜਾ ਪਲਾਂਟ ਜਿਹਦੇ ਵਿੱਚ ਕਲੋਰੋਫਿਲ ਨਹੀਂ ਹੁੰਦਾ, ਕੈਸਕਟਾ, ਐਲਗੀ, ਪਿਚਰ ਪਲਾਂਟ ਜਾਂ ਮੈਪਲ। ਤਾਂ ਕੈਸਕਟਾ ਦੀ ਆਪਸ਼ਨ ਆਏਗੀ, ਕਿਉਂਕਿ ਜਿਹੜੀ ਅੰਬਰਵੇਲ ਹੁੰਦੀ ਹੈ ਆਪਾਂ ਨੂੰ ਪਤਾ ਹੀ ਆ, ਅੰਬਰਵੇਲ ਦੇਖੀ ਹੈ ਨਾ, ਪੀਲੇ ਕਲਰ ਦੀ ਜਿਹੜੀ ਦਰਖਤਾਂ ਦੇ ਉੱਪਰ ਹੁੰਦੀ ਹੈ, ਕੈਸਕਟਾ ਉਹਨੂੰ ਬੋਲਦੇ ਆ। ਔਰ ਜਿਹੜੀ ਇਹ ਹੁੰਦੀ ਹੈ ਇਹਦੇ ਵਿੱਚ ਕਲੋਰੋਫਿਲ ਨਹੀਂ ਹੁੰਦੀ, ਕਿਉਂਕਿ ਇਹ ਦੂਸਰੇ ਪਲਾਂਟਸ ਤੋਂ ਹੀ ਆਪਦਾ ਫੂਡ ਲੈਂਦੀ ਆ, ਉਹ 'ਤੇ ਡਿਪੈਂਡੈਂਟ ਹੁੰਦੀ, ਉਹਨੂੰ ਸੁਕਾ ਦਿੰਦੀ ਹੁੰਦੀ ਹੈ। ਕੁਐਸਚਨ ਨੰਬਰ 89 ਕੀ ਵਿੱਚ ਉਹਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਕਿਹੜੀ ਸਟੇਟਮੈਂਟ ਕਰੈਕਟ ਆ। ਲਾਰਜ ਇੰਸਟੈਂਸਟਾਈਨ ਇਜ਼ ਵਾਈਡਰ ਦੈਨ ਸ਼ਾਰਟਰ ਦੈਨ ਦਾ ਸਮਾਲ ਇੰਸਟੈਂਸਟਾਈਨ। ਕਹਿੰਦਾ ਕਿ ਜਿਹੜੀ ਲਾਰਜ ਇੰਸਟੈਂਸਟਾਈਨ ਹੈ ਨਾ ਉਹ ਵਾਈਡਰ ਹੁੰਦੀ ਹੈ ਐਂਡ ਸ਼ਾਰਟਰ ਦੈਨ ਦਾ ਸਮਾਲ ਇੰਟੈਂਸਟਾਈਨ। ਬਿਲਕੁਲ ਸਹੀ ਹੈ। ਜਿਹੜੀ ਲਾਰਜ ਇੰਸਟੈਂਸਟਾਈਨ ਨੂੰ ਇਸ ਕਰਕੇ ਲਾਰਜ ਕਹਿੰਦੇ ਕਿਉਂਕਿ ਚੌੜੀ ਹੁੰਦੀ ਹੈ, ਇਸ ਕਰਕੇ ਨਹੀਂ ਕਿ ਉਹਦੀ ਲੰਬਾਈ ਜ਼ਿਆਦਾ ਹੁੰਦੀ, ਉਹਦੀ ਲੰਬਾਈ ਛੋਟੀ ਨਾਲੋਂ ਘੱਟ ਹੁੰਦੀ ਹੈ, ਬਟ ਉਹ ਜ਼ਿਆਦਾ ਵਾਈਡਰ ਹੋਣ ਕਰਕੇ ਤਾਂ ਨਾਲ ਹੀ ਕਿ ਸ਼ਾਰਟਰ ਹੁੰਦੀ ਹੈ। ਤਾਂ ਆਪਸ਼ਨ ਇਜ਼ ਦਾ ਰਾਈਟ ਆਨਸਰ 89 ਦਾ। ਜੇ ਆਪਾਂ ਦੂਸਰੀ ਆਪਸ਼ਨ ਦੇਖਣੀ, ਅਬਜ਼ੋਰਪਸ਼ਨ ਆਫ ਡਾਈਜੈਸਟਡ ਫੂਡ ਟੇਕਸ ਪਲੇਸ ਇਨ ਦੀ ਲਾਰਜ ਇੰਸਟੈਂਸਟਾਈਨ, ਇਹ ਗਲਤ ਆ, ਕਿਉਂਕਿ ਜਿਹੜੀ ਅਬਜ਼ੋਰਪਸ਼ਨ ਆਫ ਫੂਡ ਹੁੰਦੀ ਆ ਉਹ ਹਮੇਸ਼ਾ ਸਮੋਲ ਇੰਟੈਂਸਟਾਈਨ ਦੇ ਵਿੱਚ ਹੁੰਦੀ ਹੈ। ਆਪਣੀ ਜਿਹੜੀ ਇੰਟੈਸਟਾਈਨ ਜਿਹੜੀ ਹੁੰਦੀ ਆ ਸਮੋਲ ਹੁੰਦੀ ਆ, ਇਹ ਨਾ ਇਹਨੂੰ ਆਪਾਂ ਸਮੋਲ ਤਾਂ ਕਹਿੰਦੇ ਹਾਂ ਕਿ ਪਤਲੀ ਹੁੰਦੀ ਹੈ, ਠੀਕ ਹੈ। ਔਰ ਸਮੋਲ ਇੰਟੈਂਸਟਾਈਨ ਦੇ ਵਿੱਚ ਹੀ ਜਿਹੜੇ ਫੈਟ ਅਤੇ ਕਾਰਬੋਹਾਈਡਰੇਟਸ ਅਤੇ ਪ੍ਰੋਟੀਨਸ ਹੁੰਦੇ ਆ ਉਹ ਚੰਗੀ ਤਰ੍ਹਾਂ ਡਾਈਜੈਸਟ ਹੁੰਦੇ ਆ, ਠੀਕ ਹੈ। ਔਰ ਇਹ ਲਾਰਜ ਇੰਟੈਂਸਟਾਈਨ ਤੱਕ ਆਉਂਦੇ ਜਿਹੜਾ ਫੂਡ ਆ ਪੂਰੀ ਤਰ੍ਹਾਂ
ਡਾਈਜੈਸਟ ਹੋ ਜਾਂਦਾ। ਜਿਵੇਂ ਥਰਡ ਆਪਸ਼ਨ ਦਿੱਤੀ ਨਾ, ਸਿਮੀਲੇਸ਼ਨ ਫੂਡ ਟੇਕਸ ਪਲੇਸ ਇਨ ਦੀ ਲਾਰਜ ਇੰਟੈਂਸਟਾਈਨ, ਇਹ ਵੀ ਗਲਤ ਹੈ। ਤੁਹਾਨੂੰ ਕਿਹਾ ਵੀ ਜਿਹੜਾ ਫੂਡ ਆ ਟੋਟਲੀ ਹੀ ਹਜਮ ਹੋ ਜਾਂਦਾ ਲਾਰਜ ਇੰਟੈਂਸਟਾਈਨ ਤੱਕ ਆਉਂਦੇ ਲਾਰਜ ਤੱਕ ਆਉਂਦੇ ਆ। ਫੋਰਥ ਕੀ ਲਾਰਜ ਇੰਟੈਸਟਾਈਨ ਹੈਜ਼ ਫਿੰਗਰ ਲਾਈਕ ਪ੍ਰੋਜੈਕਸ਼ਨ ਕਾਲਡ ਵਿਲੀ, ਤਾਂ ਇਹ ਲਾਰਜ ਦੇ ਵਿੱਚ ਨਹੀਂ ਹੁੰਦਾ, ਇਹ ਵੀ ਸਮੋਲ ਦੇ ਵਿੱਚ ਹੁੰਦੇ। ਇਹ ਐਕਚੁਅਲੀ ਦੇ ਵਿੱਚ ਜਿਹੜੇ ਫਿੰਗਰ ਲਾਈਕ ਹੁੰਦੇ ਆ ਨਾ, ਇਹ ਕੀ ਕਰਦੇ ਆ, ਇਹ ਉਹਦੇ ਸਰਫੇਸ ਏਰੀਆ ਨੂੰ ਇਨਕਰੀਜ਼ ਕਰਦੇ, ਅਬਜ਼ੋਰਪਸ਼ਨ ਨੂੰ ਤੇਜ਼ ਕਰਦੇ। ਤਾਂ ਇਹਦੇ ਵਿੱਚ ਜਿਹੜੀ ਸਾਰੀਆਂ ਆਪਸ਼ਨ ਜਿਹੜੀ ਆ ਸਾਰੇ ਦੂਜਾ ਤੀਜਾ ਤੇ ਚੌਥੇ ਵਾਲੇ ਜਿਹੜੇ ਫੰਕਸ਼ਨ ਦਿੱਤੇ ਹੋਏ ਸੀ ਨਾ, ਉਹ ਸਾਰੇ ਸਮੋਲ ਇੰਟੈਸਟਾਈਨ ਦੇ ਵਿੱਚ ਹੀ ਹੁੰਦੇ। ਇਹਨਾਂ ਸਾਰੇ ਤਾਂ ਕਰਕੇ ਸਟੇਟਮੈਂਟਾਂ ਕੀ ਤੁਹਾਡੀਆਂ ਗਲਤ ਹੋ ਗਈਆਂ, ਦੂਜਾ ਤੀਜਾ ਚੌਥਾ ਗਲਤ ਹੋ ਗਿਆ। ਫਸਟ ਇਜ਼ ਦਾ ਰਾਈਟ ਆਂਸਰ। ਨੈਕਸਟ ਆਪਣੇ ਕੋਲ 19th ਕੁਐਸਚਨ ਹੈ। 19th ਐਂਡ ਲਾਸਟ ਕੁਐਸਚਨ ਆਪਣੇ ਕੋਲ ਇਸ ਪੇਪਰ ਦਾ ਕੀ ਹੈ, ਵਿੱਚ ਉਹਦਾ ਫੋਲੋਇੰਗ ਸਟੇਟਮੈਂਟ is not true regarding the life cycle of silkworm and production of silk fiber। ਜਿਹੜਾ ਰੇਸ਼ਮੀ ਕੀੜਾ ਆ ਉਹਦੇ ਲਾਈਫ ਸਾਈਕਲ ਦੇ ਬਾਰੇ ਕਿਹੜੇ ਜਿਹੜੇ ਇਹਨਾਂ 'ਚ ਆਪਸ਼ਨ ਆ ਬਿਲਕੁਲ ਗਲਤ ਹੈ। ਔਰ ਇਹਨਾਂ ਵਿੱਚ ਆਪਣੇ ਕੋਲ ਦਿੱਤਾ ਲਾਰਵਾ ਆਫ ਸਿਲਕ ਮੂਥ ਆਰ ਕਾਲ ਦਾ ਕੈਟਰਪਿਲਰ। ਤਾਂ ਕਹਿੰਦਾ ਕਿ ਜਿਹੜਾ ਰੇਸ਼ਮੀ ਕੀੜਾ ਹੁੰਦਾ ਉਹਦਾ ਲਾਰਵੇ ਨੂੰ ਆਪਾਂ ਕੈਟਰਪਿਲਰ ਕਹਿੰਦੇ ਆ। ਠੀਕ ਹੈ, ਇਹ ਆਪਸ਼ਨ ਰਾਈਟ ਹੈ। ਸੈਕਿੰਡ ਕੀ ਹੈ, ਦ ਪੱਪਾ ਡਿਵੈਲਪਸ ਇਨਟੂ ਦਾ ਕੈਟਰਪਿਲਰ, ਤਾਂ ਇਹ ਬਿਲਕੁਲ ਉਹਦੀ ਜਿਹੜੀ ਲਾਰਵਾ ਹੁੰਦਾ ਫਿਰ ਕੈਟਰਪਿਲਰ ਆਉਂਦਾ। ਤਾਂ ਆਪਣੇ ਕੋਲ ਜਿਹੜੀ ਨੋਟ ਟਰੂ ਆ ਉਹ ਹੋ ਗਈ ਸੈਕਿੰਡ ਆਪਸ਼ਨ ਹੈਗੀ ਆ। ਸਿਲਕ ਫਾਈਬਰਸ ਆਰ ਪ੍ਰੋਟੀਨ ਸੀਕ੍ਰੇਟ ਬਾਏ ਦ ਕੈਟਰਪਿਲਰ, ਠੀਕ ਹੈ। ਸਿਲਕ ਯਾਰਨ ਇਜ਼ ਓਬਟੇਨਡ ਫਰੋਮ ਦਾ ਕੋਕੂਨ ਆਫ ਦਾ ਸਿਲਕ ਮੂਥ, ਇਹ ਵੀ ਬਿਲਕੁਲ ਸਹੀ ਆਪਸ਼ਨ ਆ, ਸਹੀ ਮਤਲਬ ਸਟੇਟਮੈਂਟ ਆ। ਜਿਹਦੇ ਵਿੱਚ ਜਿਹੜੀ ਸਟੇਟਮੈਂਟਸ ਆਪਾਂ ਗਲਤ ਦੱਸਣੀ ਸੀ ਨੋਟ ਟਰੂ ਨਾ, ਤਾਂ ਆਪਣੇ ਕੋਲ 90 ਹੈ। ਤਾਂ ਇਹਦੇ ਨਾਲ ਜਿਹੜਾ ਤੁਹਾਡਾ CTET ਦਾ ਆਪਣੇ ਕੋਲ 2000 ਦਿੱਤਾ ਹੋਇਆ ਸੀਗਾ 21 ਦਾ ਜਿਹੜਾ ਸਾਇੰਸ ਵਾਲਾ ਪੋਰਸ਼ਨ ਉਹ ਕੰਪਲੀਟ ਹੋ ਗਿਆ। ਤਾਂ ਮੈਂ ਬਾਕੀ ਵਾਲੇ ਪੇਪਰ ਜਿਵੇਂ ਪੰਜਾਬ ਟੈਟ ਦਾ 13 ਮਾਰਚ ਵਾਲਾ ਹੋਇਆ ਸੀ, ਉਹ ਕੁਐਸਚਨ ਪੇਪਰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਨਾ ਕਿਤੇ ਮੈਂ ਅਰੇਂਜ ਕਰਕੇ। ਆਉਣ ਵਾਲੇ ਦਿਨਾਂ ਵਿੱਚ ਉਹ ਪੇਪਰ ਵੀ ਸੋਲਵ ਕਰਕੇ ਮੈਂ ਇਸ ਚੈਨਲ ਦੇ ਉੱਪਰ ਪਾਊਂਗਾ। ਤਾਂ ਉਮੀਦ ਕਰਦਾ ਕਿ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਹੋਈ ਹੋਊਗੀ। ਅੱਜ ਲਈ ਬਸ ਇੰਨਾ ਹੀ, ਧੰਨਵਾਦ।